ਦੇ ਵਿੱਚ ਉਹਨਾਂ ਦੀ ਵਾਲਦਾ ਤੇ ਇੱਕ ਪੋਤਰਾ ਬਚ ਕੇ ਆਇਆ ਸੀ ਜਿਹਦਾ ਨਾਂ ਆਰਫ ਸੀ। ਉਸ ਦੇ 2 ਸਾਲ ਦਾ ਸੀ ਆਰਫ। ਤੇ ਸਾਡੀ ਜਿਹੜੀ ਵਾਲਦਾ ਉਹਨਾਂ ਦੀ ਵਾਲਦਾ ਆਈ ਸੀ, ਉਹਦੇ ਕੋਟ ਨੂੰ ਬਰਛੀਆਂ ਮਾਰ ਕੇ ਤੋੜੇ ਸਨ ਤੇ ਕਾਂਟੇ ਖਿੱਚ ਕੇ ਲਾਏ ਸਨ ਉਹਦੇ ਉੱਤੇ ਤੇ ਸਾਰੇ ਕਾਂਟੇ ਪਾੜ ਸਨ। ਕਿੰਨੇ ਘਰ ਦੇ ਅਫਰਾਦ ਉਹਨਾਂ ਦੇ ਸ਼ਹੀਦ ਹੋ ਗਏ ਸਨ ਉੱਥੇ? 7 ਵਜੇ 7 ਜੀ ਸ਼ਹੀਦ ਹੋਏ ਸੀ। 7 ਉਹ ਰਿਸ਼ਤੇ ਵਿੱਚ ਕੀ ਲੱਗਦੇ ਸਨ ਉਹਨਾਂ ਦੇ? ਉਹ ਆਪੇ ਹੀ ਚਾਚੇ ਬੜੀ ਚਾਚੇ ਭਰਾ ਆਈ ਦੀ ਇੱਥੇ ਰੋਜ਼ਾਨਾ ਰੇਲਵੇ ਲਾਈਨ ਤੇ ਤੁਰ ਜਾਂਦੀ ਹੁੰਦੀ ਸੀ, ਫੜ ਕੇ ਲਿਆਉਂਦੇ ਹੁੰਦੇ ਸਨ। ਕਹਿੰਦੀ ਜੋ ਮੈਂ ਅਛੜ ਵੇਖ ਕੇ ਆਈ ਹਾਂ ਉਹਨੂੰ ਗੱਡੀ 'ਚ ਲਿਆ ਲੈਂਦੇ ਨਾ। ਉਹ ਜੁੱਤੀ ਪਾਉਂਦੇ ਹੁੰਦੇ ਹਨ ਤੇ ਦਿਹਾੜੀਆਂ ਸਾਰੇ ਫਿਰ ਇਹਨਾਂ ਦੇ ਜਿੰਨੇ ਵੀ ਫੈਕਟਰੀਆਂ ਸਨ, ਕਾਰਖਾਨੇ ਸਨ, ਉਹਨਾਂ ਨੂੰ ਅੱਗਾਂ ਲਾ ਦਿੱਤੀਆਂ ਲੋਕਾਂ ਨੇ, ਮਕਾਨਾਂ ਨੂੰ, ਫੈਕਟਰੀਆਂ ਨੂੰ ਅੱਗ ਲਾ। ਉਹ ਫਿਰ ਧੂੰਆਂ ਉੱਠ ਕੇ ਉੱਥੋਂ ਪਤਾ ਲੱਗਦਾ ਸੀ ਕਿ ਅੱਗਾਂ ਲੱਗੀ ਸ਼ਹਿਰ ਦੇ ਵਿੱਚ। ਉੱਥੋਂ ਪਤਾ ਲੱਗਾ ਕਿ ਗੜਬੜ ਨੇੜੇ ਨਜ਼ਦੀਕ ਸੀ। ਉਹਨੇ ਬੜੇ ਤਰਲੇ ਲਏ, ਮੈਂ ਪੁੱਤਰਾ ਹੱਥ ਜੋੜੇ ਤੇ ਮੇਰੇ ਪੁੱਤਰ ਨੂੰ ਕੁਛ ਨਾ ਕਹੀ। ਉਹਨੇ ਫੜ ਕੇ ਗਲਮੇ ਫੜ ਕੇ ਥੱਲੇ ਪਾਇਦਲ ਸੁੱਟਿਆ ਬੜੇ ਸੁੱਟਦੇ ਸਾਰੀਆਂ ਉਹਦੇ ਛੁਰੀਆਂ ਮਾਰਦੇ ਤੇ ਪੇਟ ਨੂੰ ਚਾਹ ਉਹ ਚੜਾ ਤੜਫੜ। जी अस्सलाम वालेकुम, सत श्री अकाल, प्रणाम तमाम लਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਜਿੱਥੇ ਜਿੱਥੇ ਪੰਜਾਬੀ ਵਸਦੇ ਨੇ ਉਹਨਾਂ ਨੂੰ ਆਮਰ ਜਾਮੀ ਪੰਜਾਬੀ ਟੱਚਨੀ ਦਾ अस्सलाम वालेकुम ਜੀ। ਅੱਜ ਅਸੀਂ ਇੱਕ ਨਵੇਂ ਐਪੀਸੋਡ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਏ ਹਾਂ। ਸਾਡੇ ਸਾਹਮਣੇ ਬਜ਼ੁਰਗ ਬੈਠੇ ਨੇ ਤੇ ਇਹਨਾਂ ਦਾ ਅਸੀਂ ਨਾਮ ਵੀ ਪੁੱਛਾਂਗੇ ਔਰ ਇਹਨਾਂ ਦੇ ਆਮਦਨ ਬਾਰੇ ਔਰ ਸਿਆਲਕੋਟ ਦੀ ਤਾਰੀਖ ਨੂੰ ਇਹ ਮੁਕੰਮਲ ਜਾਣਦੇ ਨੇ। माशाअल्लाह अल्लाह ताला ने इलम के नाल भी नवाजिया, इज्जत के नाल भी, रिज़्क़ के नाल भी। माशाअल्लाह एक परसनैलिटी ने सियालकोट की तो बहुत सारे ऐसे सियालकोट के जोड़े पुराने वाक़यात ने वो इन्होंने सारे याद ने। तो असी इंशाअल्लाह तरतीब वाइज इन्हों को पुछते रहेंगे तो अपने सियालकोट के जोड़े मेन मुहल्ले सन बहुत सारे नाँ इन्होंने चेते ने, सिख सरदारां के नाँ, हिंदुओं के नाँ, मेघ, खत्री, बटवाल जोड़े जोड़े नाँ याद ने इन्होंने असी जनाब सियालकोट के मुहल्ला शाह सईदा तहसील ते ज़िला सियालकोट। आओ जी असी गलबात कर रहे हैं जी। अस्सलाम वालेकुम। वालेकुम सलाम जी, की हाल अंकल जी? ठीक हो शुक्र अल्लाह का जी। की नाम है तुहाडा? मोहम्मद असलम मोहम्मद असलम भट्ट ते वाला साहब का नाम? अनायतुल्लाह जी। अनायतुल्लाह हाजी अनायतुल्ला ते दादा जी का? गुलाम नबी। गुलाम नबी, माशाअल्लाह। अच्छा, केड़ी बिरादरी अपनी? कश्मीरी बराबर। कश्मीरी भट्ट, ठीक है। अच्छा, की नाम है अपने मुहल्ले का? जी मोहल्ले का नाम है मुबारकपुरा। मुबारकपुरा। ਤੁਹਾਡਾ ਪੈਦਾਇਸ਼ ਜਿਹੜੀ ਜਾਇ ਪੈਦਾਇਸ਼ ਤੁਹਾਡੀ ਕਿਸ ਮੁਹੱਲੇ ਹੋਈ ਸੀ? शाह सैदा माले। ਸ਼ਾਹ ਸਈਦਾਂ। ਹੁਣ ਤੁਸੀਂ ਇਸ ਟਾਈਮ ਇੱਥੇ ਰਹਿ ਰਹੇ ਹੋ ਮੁਬਾਰਕਪੁਰਾ। जी जी ਇਹ ਨਵਾਂ ਕਿ ਸੌਰੀ ਮਿਆਨਾਪੁਰਾ ਨਵਾਂ ਤੇ ਪੁਰਾਣਾ ਹੈ? ਇਹ ਮੁਬਾਰਕਪੁਰਾ ਹੈ, जी जी ठीक है। ਇਹਦਾ ਤਹਿਸੀਲ ਤੇ ਜ਼ਿਲ੍ਹਾ ਸਿਆਲਕੋਟ। सियालकोट। ਜੀ ਠੀਕ। ਅੱਛਾ ਭਾਈ ਸਾਹਿਬ, ਇੱਥੇ ਉਦੋਂ ਸਕੂਲ ਵੀ ਹੁੰਦਾ ਸੀ? ਸਕੂਲ ਜੀ ਹੁੰਦੇ ਸਨ। ਸਕੂਲ ਤੇ ਤਹਿਸੀਲਦਾਰ ਸਕੂਲ ਹੁੰਦਾ ਸੀ, ਪ੍ਰਾਇਮਰੀ ਸਕੂਲ ਸੀ ਸਾਡਾ। ਹਾਂਜੀ ਤੇ ਮੌਲਵੀ ਯੂਸਫ ਸਾਹਿਬ ਦੀ ਮਸਜਿਦ ਤੇ ਮੌਲਵੀ ਇਬਰਾਹਿਮ ਦੀ ਮਸਜਿਦ ਸਾਹਿਬ ਦੇ ਸੈਂਟਰ 'ਚ ਸਕੂਲ ਹੁੰਦਾ ਸੀ, ਜਿੱਥੇ ਸਭ ਪ੍ਰਾਇਮਰੀ ਸਕੂਲ ਪੜ੍ਹਾਈ ਕੀਤੀ ਉੱਥੇ। ਤੇ ਉਸ ਤੋਂ ਬਾਅਦ ਪ੍ਰਾਇਮਰੀ ਤੋਂ ਬਾਅਦ ਫਿਰ ਉਹ ਕੇਡੀ ਸਕੂਲ ਹੁੰਦਾ ਸੀ ਗ੍ਰੀਨਵੁੱਡ ਸਟਰੀਟ ਦੇ ਵਿੱਚ, ਉੱਥੇ ਚਲੇ ਗਏ ਹਾਂ। ਉਸ ਤੋਂ ਬਾਅਦ ਇਸਲਾਮੀਆ ਸਕੂਲ ਹੁੰਦਾ ਸੀ ਜੀ ਕਿਲੇ ਦੇ ਕੋਲ, ਉੱਥੇ ਚਲੇ ਗਏ ਅਸੀਂ ਪੜ੍ਹਾਈ ਦੇ ਬਾਅਦ। ਤੇ ਬਸ ਇਸੇ ਤਰ੍ਹਾਂ ਪੜ੍ਹਾਈ ਕੀਤੀ ਥੋੜ੍ਹੀ ਬਹੁਤੀ ਜਿੰਨੀ ਵੀ ਆਇਆ ਸੀ ਮਾਸ਼ਾਅੱਲਾ। ਮਾਸ਼ਾਅੱਲਾ। ਕਿੰਨੀਆਂ ਜਮਾਤਾਂ ਤੁਸੀਂ ਪੜ੍ਹੇ? ਬਸ 10 ਤੱਕ ਹੀ ਪੜ੍ਹੇ ਬਸ ਅੱਗੋਂ ਵੀ ਨਹੀਂ। ਮੈਟ੍ਰਿਕ ਕਿਹੜੀ ਸਾਂਝੀ ਤੁਸੀਂ ਕੀਤੀ? ਇਹ ਜੀ 52 'ਚ। 1952 ਚ। ਮਾਸ਼ਾਅੱਲਾ। ਉਸ ਤੋਂ ਬਾਅਦ ਕਾਰੋਬਾਰ 'ਚ ਪੈ ਗਿਆ। ਬਾਲ ਸਭ ਚੂੰਕਿ ਕਾਰੋਬਾਰ ਹੀ ਸਨ, ਕਾਰੋਬਾਰ ਜਾਰੀ ਕਰ ਲਿਆ ਸੀ। ਕਿਹੜਾ ਕਾਰੋਬਾਰ ਸੀ ਤੁਹਾਡਾ ਸ਼ੁਰੂ ਤੋਂ? ਲੋਹੇ ਦਾ ਅੱਛਾ, ਲੋਹੇ ਦਾ ਕਾਰੋਬਾਰ ਕਰਦੇ ਸਨ ਤੁਹਾਡੇ, ਠੀਕ ਹੈ। ਅੱਛਾ ਅੰਕਲ ਜੀ, ਤੁਹਾਡੇ ਮੁਹੱਲੇ ਦੇ ਵਿੱਚ ਕਿਹੜੇ ਕਿਹੜੇ ਲੋਕ ਇੱਥੇ ਆਬਾਦ ਸਨ? ਕਿਹੜੇ ਮਹੱਲੇ 'ਚ? ਮਹੱਲਾ ਸ਼ਾਹ ਸਈਦਾ। ਮੱਲਾ ਸ਼ਹਿਦਾਂ ਵਿੱਚ ਕਾਫੀ ਹਿੰਦੂ ਵੀ ਰਹਿੰਦੇ ਸਨ, ਮੁਸਲਮਾਨ ਵੀ ਰਹਿੰਦੇ ਸਨ ਤੇ ਸਿੱਖ ਵੀ ਰਹਿੰਦੇ ਸਨ। ਉੱਥੇ ਮੰਦਰ ਵੀ ਕਿਹਾ ਸੀ ਤੇ ਉਹ ਬਚਪਨਾ ਸੀ, ਚੂँਕਿ ਇਸੇ ਤਰ੍ਹਾਂ ਭਾਈਚਾਰੇ ਦੇ ਵਿੱਚ ਹੀ ਰਹਿੰਦਾ ਹੁੰਦਾ ਸੀ। ਕਦੀ ਕੋਈ ਲੜਾਈ ਝਗੜਾ, ਕੋਈ ਐਸੀ ਗੱਲਬਾਤ ਨਹੀਂ ਸੀ ਕਦੀ ਹੋਈ। ਉਹ ਵੀ ਸਾਡੇ ਨਾਲ ਇਕੱਠੇ ਖੇਡਦੇ ਹੁੰਦੇ ਸਾਂ
ਕਦੀ ਤਾਂ ਫਰਕ ਨਹੀਂ ਸੀ ਮਹਿਸੂਸ ਹੋਇਆ, ਕਦੀ ਵੀ ਨਹੀਂ ਸੀ ਸੋਚਿਆ ਕੱਲ੍ਹ ਨੂੰ ਅਸੀਂ ਅਲੱਗ ਹੋ ਜਾਵਾਂਗੇ। ਇਸ ਤਰ੍ਹਾਂ ਭੈਣਾਂ ਭਰਾਵਾਂ ਵਗੈਰਾ ਅਸੀਂ ਵਕਤ ਕੱਢਿਆ ਉਹ। ਅਤੇ ਇਹ ਚੀਜ਼ ਦੀ ਨਫ਼ਰਤ ਨਹੀਂ ਸੀ ਹੁੰਦੀ, ਸਿੱਖ ਹਿੰਦੂ ਹੈ ਜਾਂ ਮੁਸਲਮਾਨਾਂ ਕੋਲ ਨਫ਼ਰਤ ਆ ਗਈ। ਜੇ ਕੋਈ ਸ਼ਾਦੀ ਬਰਾਤ ਆ ਗਈ ਹੈ ਤੇ ਇਕੱਠੇ ਹੀ ਪੈਸੇ ਲੁੱਟਣ ਦੇ ਦਿਓ, ਸਟੋਕਾਂ 'ਤੇ ਕਰਦੇ ਨੇ ਤੇ ਲੁੱਟਣ ਦੇ ਦੀਆਂ, ਉਹਦੀ ਕੋਈ ਤਾਂ ਫਰਕ ਨਹੀਂ ਸੀ ਹੁੰਦਾ ਸਾਨੂੰ ਕੋਈ ਜਾਣੀ। ਪੂਰੀ ਸਾਂਝ ਪ੍ਰੀਤ ਸੀ ਸਾਰਿਆਂ ਦੇ ਨਾਲ, ਆ ਸਾਰਿਆਂ ਦੇ ਮਜ਼ਹਬ ਤੋਂ ਹਟ ਕੇ। ਅਤੇ ਉਸ ਤੋਂ ਇਲਾਵਾ ਕੁਛ ਕੁਦਰਤੀ ਗੱਲ ਸੀ, ਕੋਈ ਮੁਸਲਮਾਨਾਂ ਕੋਲੋਂ ਜਿਹੜੇ ਬੱਚੇ ਸਨ ਉਹ ਡਰਦੇ ਵੀ ਹੁੰਦੇ ਸਨ ਮੁਸਲਮਾਨਾਂ ਕੋਲੋਂ। ਮਸਲਨ ਬਸੰਤਾ ਹੋਣੀ ਅਤੇ ਬਸੰਤ ਦੇ ਵਿੱਚ ਉਹ ਸਿੱਖ ਹਿੰਦੂ ਅਕਸਰ ਆਪਣਾ ਸਿੱਖ ਜਿਹੜੇ ਪਗੜੀਆਂ ਪੀਲੀਆਂ ਅਤੇ ਉਹਨਾਂ ਦੀ ਮਜ਼ਾਕ ਨਾਲ ਪਗੜੀਆਂ ਉਤਾਰ ਛੱਡਣੀਆਂ ਹੱਥ ਮਾਰ ਕੇ, ਤੋਂ ਗੁੱਸਾ ਨਹੀਂ ਸਨ ਕਰਦੇ ਹੁੰਦੇ, ਪਗੜੀ ਚੁੱਕ ਕੇ ਚੱਲ ਟੁੱਟ ਜਾਂਦੇ ਹੁੰਦੇ ਸਨ। ਤਾਂ ਇਸੇ ਤਰ੍ਹਾਂ ਇੱਥੇ ਤਹਿਸੀਲਦਾਰ ਸਾਡੀ ਦੁਕਾਨ ਹੁੰਦੀ ਸੀ, ਤਾਂ ਸਾਡੇ ਨਾਲ ਇੱਕ ਹੁੰਦਾ ਸੀ ਸਿੱਖ ਹੁੰਦਾ ਸੀ ਮਹਿੰਦਰ ਸਿੰਘ। ਅੱਛਾ। ਮਹਿੰਦਰ ਸਿੰਘ, ਉਹਦੀ ਕਰਿਆਨੇ ਦੀ ਦੁਕਾਨ ਹੁੰਦੀ ਸੀ, ਕਰਿਆਨੇ ਸਾਹਮਣੇ। ਉਹਦਾ ਕੋਈ ਇੱਥੇ ਖਾਦਮਲ ਰੋਡ ਦੇ ਉੱਤੇ ਇੱਕ ਗੋਦਾਮ ਹੁੰਦਾ ਸੀ, ਉੱਥੇ ਉਹਨਾਂ ਦਾ ਜਿਹੜਾ ਸਟਾਕ ਹੁੰਦਾ ਸੀ ਚੀਨੀ ਵਗੈਰਾ ਦਾ, ਉੱਥੇ ਰੱਖਿਆ ਦਾ ਹੁੰਦਾ ਸੀ। ਅਤੇ ਉੱਥੇ ਉਹਨੇ ਇੱਕ ਆਪਣੀ ਭੈਂਸ ਵੀ ਰੱਖੀ ਦੀ ਹੁੰਦੀ ਸੀ, ਉੱਥੇ ਮੁਲਾਜ਼ਮ ਇੱਕ ਰੱਖਿਆ ਹੁੰਦਾ ਸੀ ਜਿਹੜਾ ਉਹਦੀ ਦੇਖਭਾਲ ਕਰਦਾ ਸੀ। ਅਤੇ ਅਕਸਰ ਜਿਹੜਾ ਬੱਚਾ ਨਾ ਉਹਦਾ ਤਕਰੀਬਨ ਹਮ ਉਮਰ ਸੀ ਮੇਰੇ ਜਿੱਡਾ ਹੀ ਸੀ, ਉਹ ਦੁੱਧ ਲੈਣ ਜਾਣਾ ਕਰਨਾ, ਤਾਂ ਉਹਨੇ ਰਸਤੇ 'ਚ ਬੱਚਿਆਂ ਨੇ ਉਹਨੂੰ ਛੇੜਨਾ ਕਰਨਾ ਅਤੇ ਜਾਂ ਸ਼ਰਾਰਤਾਂ ਕਰਕੇ ਦੁੱਧ ਸੁੱਟ ਛੱਡਣਾ ਕਰਨਾ ਉਹਦਾ ਫੜ ਕੇ। ਉਹ ਫਿਰ ਉਹ ਮਹਿੰਦਰ ਸਿੰਘ ਨੇ ਮੇਰੇ ਨਾਲ ਗੱਲ ਕੀਤੀ, ਕਹਿਣ ਲੱਗਾ ਸਮਝ ਆ ਰਿਹਾ ਗੱਲਬਾਤ ਹੈ, ਮੁੰਡਾ ਜਾਂਦਾ ਯਾਰ ਤੁਹਾਡੇ ਮੁਸਲਮਾਨ ਬੱਚੇ ਨੂੰ ਉੱਥੇ ਮਾਰਦੇ ਨੇ, ਮੁੰਡੇ ਤੰਗ ਕਰਦੇ ਨੇ। ਨਿੱਕੀ ਜਿਹੀ ਸਾਈਕਲ ਹੁੰਦੀ ਸੀ ਉੱਪਰ, ਉਹ 2-3 ਦਫਾ ਕਹਿਣ ਲੱਗਾ ਕਿ ਨਾਲ ਜਾਈਓ, ਤਾਂ ਨਾਲ ਜਾਣਾ ਅੱਲਾ ਨੇ ਕਰਮ ਕੀਤਾ, ਉਹ ਉੱਥੇ ਵਾਕਫ ਜਾਣਦੇ ਸਨ। ਅਤੇ ਉਹ ਫਿਰ ਉਹਨੂੰ ਮੈਂ ਬਫਾਜ਼ਤ ਉਹਨੂੰ ਮੈਂ 2-3 ਵਜੇ ਲੈ ਕੇ ਆਇਆ, ਉਹਦੇ ਨਾਲ ਲੈ ਕੇ ਆ ਜਾਣਾ ਕਹਿੰਦਾ ਬੱਚੇ ਨੂੰ। ਤਾਂ ਇੰਨਾ ਡਰਦੇ ਹੁੰਦੇ ਨੇ ਵਿਚਾਰੇ ਮੁਸਲਮਾਨ ਕੋਲ। ਪ੍ਰੀ ਪਾਰਟੀਸ਼ਨ ਤੋਂ ਪਹਿਲਾਂ ਇਸੇ ਤਰ੍ਹਾਂ ਹੀ ਵਕਤ ਲੰਘਦੇ ਗਏ ਨੇ। ਸਾਡਾ ਇੱਕ ਗਾਉਂ ਹੁੰਦਾ ਸੀ, ਨਾਨਕੇ ਹੁੰਦੇ ਸਨ, ਕਿਲ੍ਹਾ ਸੂਬਾ ਸਿੰਘ ਸਾਹਿਬ ਕਲਾਸ ਪਿੰਡ ਸੀ, ਉੱਥੇ ਵੀ ਕਦੀ ਜਾਣਾ ਕਰਨਾ ਵਾਲਦਾ ਦੇ ਨਾਲ, ਅਤੇ ਸਿੱਖਾਂ ਨੇ ਬੜੀ ਔ ਵਕਤ ਕਰਨੀ ਸਾਡੇ ਨਾਰੋਵਾਲ ਇਹ ਕਿਲ੍ਹਾ ਸੂਬਾ ਸਿੰਘ ਦੇ ਸਾਹਮਣੇ ਉਹ ਰੇਲਵੇ ਲਾਈਨ ਸੀ, ਟਾਪ ਕਰਾਸ ਕੇ ਕੋਈ 2 ਮੀਲ ਅੱਗੇ ਸੀ, ਘਾਸ ਪਿੰਡ ਸੀ, ਉੱਥੇ ਮੇਰੇ ਨਾਨਕੇ ਸਨ। ਨਾਨੀ ਫੌਤ ਹੋ ਗਈ ਸੀ, ਨਾਨਾ ਹੀ ਸਨ, ਇਕੱਲੇ ਸਨ। ਅਤੇ ਉਹਨਾਂ ਕੋਲ ਕਦੇ ਘੀ ਇਕੱਠਿਆ ਕਰ ਲੈਣ ਜਾਣਾ ਕਰਨਾ, ਮੈਂ ਬਾਅਦ ਦੇ ਵਿੱਚ ਘੋੜੇ 'ਤੇ ਬਹਿ ਕੇ ਜਾਣਾ ਕਰਨਾ, ਅਤੇ ਕਨਸਰ ਘਿਓ ਦਾ ਇਕੱਠਾ ਕਰ ਛੱਡਦੇ ਹੁੰਦੇ ਹਨ ਮਹੀਨੇ ਦਾ ਦੇਸੀ ਘਿਓ, ਉਹ ਰੁਪਏ ਤੋਂ ਘੋੜਾ ਮੈਂ ਕਿਰਾਏ 'ਤੇ ਲੈਣਾ ਕਰਨਾ, ਤੋਂ ਕਨਸਰ ਅੱਗੇ ਰੱਖਣਾ ਅਤੇ 12-1 ਵਜੇ ਵਾਪਸ ਆ ਜਾਣਾ ਕਰਨਾ ਘਰ ਘੋੜ ਲੈ ਕੇ। ਤੋਂ ਬਚਪਨ 'ਚ ਕਦੀ ਵਾਲਦਾ ਨਾਲ ਜਾਣਾ ਕਰਨਾ, ਅਤੇ ਨਾਨੀ ਤੋਂ ਚੂਕੇ ਹੈ ਨਹੀਂ ਸੀ, ਅਤੇ ਨਾਨਾ ਹੀ ਸਨ ਉੱਥੇ। ਤਾਂ ਉਹਨਾਂ ਬੜੀ ਸਿੱਖਾਂ ਨੇ ਬੜੀ ਆਓ ਵਕਤ ਕਰਨੀ ਕਿ ਸਾਡੀ ਧੀ ਆਈ ਹੈ, ਸ਼ਹਿਰੋਂ ਆਈ ਹੈ, ਬੱਚੇ ਆਏ ਨੇ, ਦੂਸਰੇ ਆਏ ਨੇ, ਤੁਹਾਨੂੰ ਕਦੀ ਗੰਨੇ ਲਿਆ ਕੇ ਸੁੱਟਦੇ ਨੇ, ਕਦੀ ਗੁੜ ਲਿਆ ਕੇ ਦਿੰਦੇ ਨੇ, ਬੜੇ ਪਿਆਰ ਸਨ ਉਹਨਾਂ ਵਕਤਾਂ ਦੇ ਵਿੱਚ। ਉਸ ਤੋਂ ਬਾਅਦ ਫਿਰ ਮੈਂ ਇਸ ਲਈ ਜਵਾਨ ਹੋ ਗਿਆ, ਤਾਂ ਘਰ ਦੇਸੀ ਘਿਓ ਦੇ ਉਦੋਂ ਜ਼ਿਆਦਾਤਰ ਲੋਕ ਦੇਸੀ ਘਿਓ ਹੈ, ਡਾਲਡਾ ਦੇ ਬਾਅਦ 'ਚ ਦਾ ਇਸਤੇਮਾਲ ਹੋਇਆ। ਦੇਸੀ ਘਿਓ ਇਸਤੇਮਾਲ ਕਿਉਂਕਿ ਸਾਡੇ 3-4 ਫੈਮਲੀਆਂ ਸਨ, ਉਹ ਕਨਸਰ ਘਿਓ ਦਾ 17 ਕਿਲੋ ਘਿਓ ਹੁੰਦਾ ਸੀ, ਸਾਡੇ ਮਹੀਨੇ ਬਾਅਦ ਖਤਮ ਹੋ ਜਾਂਦਾ ਸੀ। ਖਾਣਿਆਂ ਦੇ ਵਿੱਚ ਹਰ ਚੀਜ਼ ਦੇ ਵਿੱਚ ਉਹ ਇਸਤੇਮਾਲ ਕਰਨਾ। ਤੋਂ ਮੇਰੀ ਡਿਊਟੀ ਲੱਗੀ ਦੀ ਹੁੰਦੀ ਸੀ, ਤਾਂ ਮੈਂ ਕਿਲ੍ਹਾ ਸੂਬਾ ਵਿੱਚ ਜਾ ਕੇ ਘੋੜੇ ਉੱਥੇ ਕਿਰਾਏ 'ਤੇ ਦਿੰਦੇ ਹੁੰਦੇ ਸਨ, 1 ਰੁਪਇਆ ਘੋੜੇ ਨੂੰ ਦੇਣਾ ਕਰਨਾ, ਅਤੇ ਉੱਤੇ ਬਹਿਣਾ, ਅਤੇ ਹੌਲੀ ਆਸਤਾ ਜਾ ਕੇ ਪਿੰਡ ਜਾਣਾ ਕਰਨਾ। ਇੱਕ ਦਿਹਾੜੀ ਦੇ ਵਿੱਚ ਆ ਜਾਂਦੇ ਸੀ? ਆਹੋ, ਜਾਣਾ ਕਹਿੰਦਾ ਕੋਈ 2-2.5 ਮਿੰਟ ਦਾ ਸਫ਼ਰ ਸੀ, ਅਤੇ ਜਾੜ ਬੀਆਬਾਨ ਹੁੰਦੇ ਸਨ। ਅਤੇ ਬਾਅਦ ਦੇ ਵਿੱਚ ਮੈਂ ਉਹ ਨਾਨੇ ਨੇ ਪਹਿਲੋਂ ਖਾਣਾ ਖੁਆਉਣਾ ਕਰਨਾ, ਦੇਸੀ ਘਿਓ ਖੁੱਲ੍ਹਾ, ਉਹ ਫਿਰ ਕਨਸਰ ਅੱਗੇ ਰੱਖਣਾ ਘੋੜੇ 'ਤੇ ਲੈ ਕੇ, ਅਤੇ ਮੈਂ ਵਾਪਸ ਗੱਡੀ 'ਤੇ ਰੱਖਣਾ, ਅਤੇ ਕਾਰ ਲੈ ਕੇ ਆਉਣਾ ਕਰਨਾ। ਇਹ ਕਾਰ ਸੀ। ਉਸ ਤੋਂ ਬਾਅਦ ਤੁਹਾਡੇ ਨਾਨਾ ਜੀ ਦਾ ਨਾਂ ਕੀ ਸੀ? ਉਹਨਾਂ ਦਾ ਨਾਂ ਸੀ ਚਲੋ ਕੋਈ ਨਹੀਂ, ਆਸਾ ਚੇਤੇ ਆ ਜਾਏਗਾ। ਅਤੇ ਨਾਨੀ ਜੀ ਦਾ? ਨਾਨੀ ਦਾ ਨਾਂ ਨਹੀਂ ਮੈਨੂੰ ਪਹਿਲਾਂ ਹੀ ਫੌਤ ਹੋ ਗਿਆ। ਅੱਛਾ। ਨਾਨਾ ਜੀ ਸਨ, ਐਸਾ ਬਦਲ ਗਿਆ। ਅੱਛਾ, ਤਾਂ ਕੋਈ ਨਹੀਂ, ਅਰਸਾ ਹੀ ਹੋ ਗਿਆ, ਆ ਜਾਏਗਾ ਦਿਨ ਜੀ ਗੱਲਾਂ ਵਿੱਚ ਨਾ। ਕਿਲ੍ਹਾ ਸੂਬਾ ਜਿਹੜਾ ਸਿੰਘ ਸੀ ਨਾ, ਇਹ ਮਤਲਬ ਕਿ ਬਹੁਤ ਸਿੱਖ ਸਰਦਾਰਾਂ ਦਾ ਬੜੀ ਗੜ੍ਹ ਸੀ ਇੱਥੇ। ਕਿਲ੍ਹਾ ਸੂਬਾ ਸਿੰਘ ਜੀ, ਕਿਲ੍ਹਾ ਸੂਬਾ ਸਿੰਘ ਤੋਂ ਦੱਸਿਆ ਜੀ, ਉਹਦੇ ਸਾਹਮਣੇ ਜਿਹੜੀ ਲੈਂਡ ਕ੍ਰਾਸ ਕਰਨੀ, ਤਾਂ ਉੱਥੇ 2-3 ਘੋੜੇ ਵਾਲੇ ਖਲੋਤੇ ਹੁੰਦੇ ਸਨ ਜੀ। ਸਾਡੇ ਦੂਰ ਉੱਪਰ ਮਾਮੇ ਵੀ ਹੁੰਦੇ ਸਨ, ਉੱਥੇ ਕਿਲ੍ਹਾ ਸੂਬਾ ਰਹਿੰਦੇ ਹਨ, ਉਹ ਨਾਚ ਦਾ ਕੰਮ ਕਰਦੇ ਸਨ। ਅਤੇ ਉਹਨਾਂ ਚੇਚਾ ਉਹਨਾਂ ਨੂੰ ਕਹਿ ਕੇ ਕਿਹਾ ਹੁੰਦਾ ਸੀ, ਜਦੋਂ ਸਾਡਾ ਪੋਤਰਾ ਆਵੇ ਦੋਤਰਾ ਆਵੇ, ਤੇ ਇਹਨੂੰ ਖੇਸ ਚੰਗਾ ਪਾ ਕੇ ਦਿਆ ਕਰੋ ਘੋੜੇ ਦੇ ਉੱਤੇ, ਅਤੇ ਘੋੜਾ ਚੰਗਾ ਦਿਆ ਕਰੋ। ਅਤੇ ਘੋੜੇ ਇੰਨੇ ਮਰੀਨ ਹੁੰਦੇ ਹਨ ਕਿ ਲੱਤਾਂ ਮਾਰ ਕੇ ਨਾ ਸਕਣ, ਉਹ ਆਪਣੀ ਰਫਤਾਰ ਤੋਂ ਤੇਜ਼ ਨਹੀਂ ਸਨ ਹੁੰਦੇ, ਉਸੇ ਰਫਤਾਰ 'ਤੇ ਆਹਿਸਤਾ ਜਾਂਦੇ ਨੇ। ਅਤੇ ਲੇਕਿਨ ਉਜਾੜ ਇਤਨਾ ਸੀ ਕਿ ਕੋਈ ਬੰਦਾ ਨਜ਼ਰ ਹੀ ਨਹੀਂ ਸੀ।
ਜਦ ਕੋਈ ਮੁਸਾਫਰ ਕੋਈ ਉਸ ਪਿੰਡ ਦਾ ਲੱਭ ਜਾਣਾ ਤਾਂ ਉਹਨੇ ਨਾਲ ਟੁਰ ਪੈਣਾ, ਨਹੀਂ ਤੇ ਮੈਂ ਇਕੱਲਾ ਹੀ ਕੋਲ ਬੈਠ ਹਾਂ ਜੀ। ਜਾਣਾ। ਮਾਸ਼ਾ ਅੱਲਾਹ। ਤੁਹਾਡੇ ਮਾਮੂ ਜੀ ਕਿੰਨੇ ਸਨ? ਹੈਂ? ਤੁਹਾਡੇ ਮਾਮਾ ਜਾਨ ਕਿੰਨੇ ਮਾਮਾ ਸਨ? ਤਿੰਨ ਮਾਮੇ ਕੀ ਨਾਂ ਸਨ ਉਹਨਾਂ ਦੇ? ਇਹ ਜੀ ਅਬਦੁਲ ਕਰੀਮ, ਜੀ ਅਬਦੁਲ ਗਨੀ ਤੇ ਗੁਲਾਮ ਨਬੀ। ਅਬਦੁਲ ਗਨੀ ਸਭ ਤੋਂ ਵੱਡੇ ਸਨ, ਜੀ। ਗੁਲਾਮ ਨਬੀ ਸੈਂਟਰ ਵਾਲੇ ਸਨ ਤੇ ਅਬਦੁਲ ਕਰੀਮ ਛੋਟੇ ਸਨ। ਤੁਹਾਡੇ ਦਾਦਾ ਜੀ ਦਾ ਨਾਮ ਵੀ ਗੁਲਾਮ ਨਬੀ ਤੇ ਤੁਹਾਡੇ ਇੱਕ ਮਾਮਾ ਜੀ ਦਾ ਨਾਮ ਵੀ ਗੁਲਾਮ ਨਬੀ। ਨਾਨਾ ਜੀ ਦਾ ਨਾਮ, ਦਾਦਾ ਜੀ ਦਾ ਦਾਦਾ ਹੀ ਨਾਮ ਗੁਲਾਮ ਨਬੀ। ਗੁਲਾਮ ਨਬੀ, ਹਾਂ ਤੇ ਬਿਲਕੁਲ। ਉਹ ਮੇਰੇ ਮਾਮਾ ਜੀ ਦਾ ਨਾਮ ਠੀਕ। ਗੁਲਾਮ ਨਬੀ ਸੀ। ਅੱਛਾ ਅੰਕਲ ਜੀ, ਇਹ ਜਿਹੜੇ ਤੁਹਾਡੇ ਮੁਹੱਲੇ ਦੇ ਵਿੱਚ ਹਿੰਦੂ ਤੇ ਸਿੱਖ ਸਰਦਾਰ ਸਨ, ਇਹ ਸਾਰੇ ਇੱਕ ਹੀ ਸਕੂਲ 'ਚ ਪੜ੍ਹਦੇ ਸਨ ਕਿ ਜਾਂ ਕੋਈ ਅਲੱਗ-ਅਲੱਗ ਸਕੂਲ ਸਨ ਇਹਨਾਂ ਦੇ? ਨਹੀਂ ਇਹਨਾਂ ਦੇ ਅਲੱਗ-ਅਲੱਗ ਸਕੂਲ। ਇਹ ਕਿੱਥੇ ਪੜ੍ਹਦੇ ਸਨ? ਇੱਕ ਪੁਲ ਦੇ ਉੱਤੇ ਸਕੂਲ ਹੁੰਦਾ ਸੀ ਖਾਲਸਾ ਸਕੂਲ, ਇੱਕ ਹੈ ਮੰਡੀ 'ਚ ਹੁੰਦਾ ਸੀ ਸਕੂਲ, ਇੱਥੇ ਹਿੰਦੂ ਸੀ ਪੜ੍ਹਦੇ। ਉਹ ਕ੍ਰਿਸਚਨ ਸਕੂਲ ਜਿਹੜਾ ਸੀ। ਕ੍ਰਿਸਚਨ ਸਕੂਲ ਕ੍ਰਿਸਚਨ ਸਕੂਲ। ਪੜ੍ਹਦੇ ਸੀ ਕਿਉਂਕਿ ਜੀ। ਉਹਨਾਂ ਦੀ ਤਰਬੀਅਤ ਹੋਰ ਹੁੰਦੀ, ਉਹਨਾਂ ਦਾ ਪੜ੍ਹਨਾ ਲਿਖਣਾ ਜਿਹੜਾ ਜੋ ਇੱਧਰ ਨਾਲੇ ਉਦੋਂ ਕਿਤਾਬਾਂ ਦੇ ਵਿੱਚ ਕੋਈ ਦੀਨ ਦੇ ਮੁਤਲਕ ਕੋਈ ਇੰਨਾ ਵਾਜ਼ਿਆ ਤੌਰ 'ਤੇ ਨਹੀਂ ਸੀ ਤੇ ਪਤਾ ਇਸ ਵਾਸਤੇ ਮੇਰੇ ਖਿਆਲ ਲੇਕਿਨ ਆਪਣੀ ਕਲਾਸਾਂ 'ਚ ਸਾਈ ਸਿੱਖ ਨਹੀਂ ਵੇਖ ਪਾਉਂਦਾ। ਠੀਕ। ਤੁਹਾਡਾ ਕੋਈ ਲੰਗੋਟੀਆ ਯਾਰ ਹਿੰਦੂ ਜਾਂ ਸਿੱਖ ਸਰਦਾਰ ਜੀ ਦਾ ਤੁਹਾਨੂੰ ਨਾਂ ਚੇਤੇ ਹੋਏ? ਲੰਗੋਟੀਆ ਯਾਰ ਜਿਹਦੇ ਨਾਲ ਖੇਡਦੇ ਹੋ ਤੁਸੀਂ? ਲੁੱਟੀ ਯਾਰ ਉੱਥੇ ਉਹ ਦੱਸੇ ਜੀ ਉਸਲੇ ਮਾਲੇ ਦੀ ਸਟੇਜ ਤੇ ਸਨ ਨਾ, ਸ਼ਹਿਜ਼ਾਦਾ ਮਾਲੇ ਛੋਟੇ ਉਦੋਂ ਸੀ ਉਹ ਬੱਚਿਆਂ ਨਾਲ ਖੇਡਦੇ ਸਨ, ਤਬੂੜੀਆਂ ਪੜਨੀਆਂ ਕਿ ਤਬੂੜੀਆਂ ਹੋਣੀ ਕਿ ਕੱਪੜਾ ਥੋੜਾ ਪਣੀ ਉਹ ਥੱਲੇ ਫਿਰ ਧਾਗਾ ਬੰਨ ਕੇ ਉਹਨੂੰ ਡਾਣਾ ਕਦਾ ਇਹ ਹੈ ਕੋਈ ਐਸੇ ਕਿਸਮ ਦੇ ਸ਼ੁਗਲ ਹੁੰਦੇ ਸਨ ਯਾਰ ਕਿ ਉਦੋਂ ਸਾਦਗੀ ਬੜੀ ਹੁੰਦੀ ਸੀ ਬੇਟਾ, ਉਦੋਂ ਇੰਨੀ ਹੁਸ਼ਿਆਰ ਵਾਲੀ ਜਿੱਦਾਂ ਹੁਣ ਉਹ ਜਿਹੜਾ ਨਵੀਂ ਜਦੀਦ ਹੋ ਰਿਹਾ ਤੇ ਫਾਸਟ। 1.5 ਸਾਲ ਦਾ ਬੱਚਾ ਗੱਲਾਂ ਕਰਨਾ ਪੈਣਾ, ਉਹ ਤੇ 4.5 ਸਾਲ ਦਾ ਬੱਚਾ ਗੱਲਾਂ ਨਹੀਂ ਸੀ ਕਰਦਾ। ਸਸੇ ਬਾਉਂ ਸੀ ਤਰਬੀਅਤ ਵੀ ਐਸੀ ਅਨਪੜ੍ਹ ਮਾਵਾਂ ਹੁੰਦੀਆਂ ਨੇ, ਹੁਣ ਸਾਰੀਆਂ ਪੜ੍ਹੀਆਂ ਲਿਖੀਆਂ ਮਾਵਾਂ ਨੇ, ਉਹਨਾਂ ਬੱਚਿਆਂ 'ਚ ਤੇ ਇਹਨਾਂ ਬੱਚਿਆਂ 'ਚ ਜ਼ਮੀਨ ਸਮਾਨ ਦਾ ਫਰਕ ਪੈ ਜਾਂਦਾ। ਤੁਹਾਡੇ ਮਾਸਟਰ ਜੀ ਕੌਣ ਸਨ? ਮਾਸਟਰ ਜੀ ਇੱਥੇ ਹੁੰਦੇ ਸਨ ਮੁਖਤਲਿਫ ਕਿਸਮ ਪ੍ਰਾਇਮਰੀ ਸਕੂਲ ਦੇ ਵਿੱਚ। ਮਾਸਟਰ ਅਬਦੁੱਲਾ ਆਕ ਹੁੰਦੇ ਸਨ, ਮਾਸਟਰ ਇਬਰਾਹਿਮ ਹੁੰਦੇ ਸਨ, ਤੇ ਉਹਦੇ 'ਚ ਇੱਕ ਬੜਾ ਸ਼ੁਗਲ ਹੁੰਦਾ ਸੀ, ਕਦੀ ਜਹਾਜ਼ ਬਾਹਰ ਆ ਜਾਣਾ, ਜਹਾਜ਼ ਉੱਡਦਾ ਆ ਜਾਣਾ ਉਹਨਾਂ ਵਕਤਾਂ ਦੇ ਵਿੱਚ ਜੀ। ਤੇ ਇੱਕ ਬੱਚੇ ਨੇ ਕਹਿ ਦਿੱਤਾ ਨਾ ਭਾਈ ਜਹਾਜ਼, ਉਹ ਸਾਰੀ ਕਲਾਸ ਹੀ ਗਲੀ 'ਚ ਆਈ ਈਵਨ ਦੈਨ ਕਿ ਮਾਸਟਰ ਵੀ ਬਾਹਰ ਆਣ ਕੇ ਖੁਸ਼ੀ ਮੈਂ ਤੇ ਬਾਅਦ 'ਚ ਛੁੱਟੀ ਦਾ ਇੱਕ ਬੁੱਢੇ ਨੇ ਕਹਿਣਾ ਛੁੱਟੀ, ਉਹ ਨਾਲ ਸਾਰੇ ਸਕੂਲ ਛੁੱਟੀ ਹੋ ਜਾਂਦੀ ਸੀ। ਉਹ ਇੰਨੀ ਸਾਲ ਭਲੇ ਜ਼ਮਾਨੇ ਸਨ, ਭਲੇ ਜ਼ਮਾਨੇ ਸਨ। ਭਲੇ ਜ਼ਮਾਨੇ ਤੁਹਾਨੂੰ ਦੱਸਿਆ ਜੀ। ਠੀਕ। ਤੇ ਇੱਥੇ ਮੇਲਾ ਵੀ ਕੋਈ ਲੱਗਦਾ ਸੀ ਕਿ ਤੁਹਾਡੇ ਕੋਈ ਇਰਦ ਗਿਰਦ ਇੱਥੇ? ਜੀ ਮੇਲਾ ਇੱਥੇ ਸ਼ਾਹ ਬਲਾਕ ਦਾ ਮੇਲਾ ਹੁੰਦਾ ਸੀ, ਆ ਪੀਰ ਮੁਰਸ਼ਦ ਸ਼ਾਹ ਨੇ ਬਲੀ ਨੇ ਗੋਕੀ, ਉੱਥੇ ਮੇਲਾ ਲੱਗਦਾ ਹੁੰਦਾ ਸੀ। ਤੇ ਜਾਂ ਇੱਥੇ ਕਦੀ ਦਿੱਤੇ ਸ਼ਾਹੀਏ ਹੁੰਦੇ ਜੇ ਕਦੀ ਮੌਸਮ ਭਾਗ ਦੇ ਉੱਤੇ ਆਣ ਕੇ, ਤੋਂ ਤੁਹਾਡੇ ਟਰਮਲ ਦੇ ਕੋਲ ਹੀ ਇੱਕ ਜੀ ਜਗ੍ਹਾ ਸੀ, ਉੱਥੇ ਖਾਨਗਾ ਸੀ, ਉੱਥੇ ਵੀ ਗਏ ਨੇ ਹਾਂ ਬਿਲਕੁਲ ਬੈਕ ਸਾਈਡ ਤੇ ਸਾਡੀ ਦਸੰਬਰ 'ਚ ਆਉਂਦੇ ਨੇ ਆਉਂਦੇ ਗੁਜਰਾਤੋਂ ਗੱਡੀਆਂ ਉਹਦੇ ਢੋਲਾਂ ਨਾਲ ਆਉਂਦੇ ਨੇ ਜੇ, ਉਦੋਂ ਤਾਂ ਪੈਦਲ ਆਉਂਦੇ ਹੁੰਦੇ, ਹੁਣ ਤੇ ਟਰੈਕਟਰ ਟਰਾਲੀਆਂ ਤੇ ਆਉਣ ਲੱਗ ਪਏ ਨੇ ਉਹ ਬਾਬੇ। ਉਹ ਕਦੀ ਤਹਿਸੀਲਦਾਰ ਰਸਾਉਣਾ ਕਰਨਾ ਤੇ ਤਹਿਸੀਲਦਾਰ ਹਸਪਤਾਲ ਦੀ ਕੰਧ ਹੁੰਦੀ ਸੀ ਛੋਟੀ, ਛੋਟੇ ਛੋਟੇ ਨੇ ਇੱਧਰੋਂ ਜ਼ਿਆਦਾ ਜਲਸੇ ਜਾਂਦੇ ਹੁੰਦੇ ਸਨ ਲੋਕ, ਇਹ ਲਾਈਬਦਾਰ ਰਸਤੇ ਤਹਿਸੀਲਦਾਰ ਰਸਤੇ, ਤੇ ਉੱਥੋਂ ਆਉਣਾ ਤਹਿਸੀਲਦਾਰ ਤੋਂ ਆਉਣਾ ਤੇ ਇੱਥੇ ਕੰਧਾਂ ਤੇ ਪੈਣ ਲਈ ਇੱਥੋਂ ਜਲੂਸ ਜਾਣਾ ਕਰਨਾ, ਉਹਨਾਂ ਦਿੱਤੇ ਸ਼ਾਹੀ ਆਉਣੇ ਕਰਨੇ ਤੇ ਡੋਲੀ 'ਚ ਭਾਇਆ ਹੁੰਦਾ ਸੀ ਨਾ ਪੀਰ ਆਪਣਾ, ਤੋਂ ਨਾਲ ਹੀ ਅਸੀਂ ਵੀ ਉਹ ਨੱਚਦੇ ਨੁੱਚਦੇ ਉੱਥੇ ਟੁਰ ਜਾਣਾ, ਫਿਰ ਦੂਜੇ ਨੂੰ ਰਿਸੀਵ ਕਰਨਾ ਜਲੂਸ ਨੂੰ ਆਣ ਕੇ, ਤੇ ਇਸ ਤਰ੍ਹਾਂ ਉਹ ਸਾਰੀ ਦਿਹਾੜੀ ਉਹ ਸਿਲਸਿਲਾ ਚੱਲਦਾ ਰਹਿੰਦਾ ਹੁੰਦਾ ਸੀ ਉਹਨਾਂ ਦਾ। ਤੇ ਮੁਖਤਲਿਫ ਕਿਸਮ ਦੇ ਫਿਰ ਬਾਅਦ 'ਚ ਟਿਕਾਣੇ ਹੁੰਦੇ ਨੇ ਉੱਥੇ, ਫਿਰ ਉਹ ਗਰੁੱਪ ਵਾਈ ਉੱਥੇ ਚਲੇ ਜਾਂਦੇ ਹੁੰਦੇ ਬਾਲੇ ਜਾ ਕੇ, ਉੱਥੇ ਜਾ ਕੇ ਰਾਤ ਰਹਿਣਾ ਕਰਨਾ, ਉਹਨਾਂ ਕੁਆਲੀਆਂ ਕਰਨੀਆਂ ਜਾ ਕੇ, ਇਸ ਤਰ੍ਹਾਂ ਦਾ ਸਿਸਟਮ ਚੱਲਦਾ ਸੀ। ਅੰਕਲ ਜੀ ਉਦੋਂ ਕਬੱਡੀਆਂ ਬੜੀਆਂ ਹੁੰਦੀਆਂ ਸਨ ਜੀ, ਬਹੁਤ ਕਬੱਡੀ। ਕਿਹੜਾ ਸੀ ਸਿਰ ਕੱਢਵਾ ਭਲਵਾਨ? ਉਸਲੇ ਤੁਹਾਨੂੰ ਦੱਸਿਆ ਜੀ ਕਿ ਜ਼ਿਆਦਾਤਰ ਰੁਝਾਨ ਸੀ ਕੁਸ਼ਤੀਆਂ ਦਾ, ਤੇਲ ਮਲਣੇ, ਡੰਡ ਲਾਣੇ ਤੇ ਇਹ ਚੀਜ਼ਾਂ ਵਰਸੇ ਕਰਨਾ। ਉਹ ਤੇ ਕਲੱਬਾਂ ਬਣ ਗਈਆਂ ਨੇ, ਡਿਸਕੋ ਕਲੱਬਾਂ ਬਣ ਗਈ, ਕੋਈ ਖੁਰਾਕ ਕੈਪਸੂਲ ਖਾ ਕੇ ਡੌਲੇ ਭਾਰੇ ਕਰਦਾ, ਉਦੋਂ ਐਕਸਰਸਾਈਜ਼ ਕਰਕੇ ਡੌਲੇ ਨੈਚੁਰਲ ਤਾਕਤ ਹੁੰਦੀ ਸੀ ਉਹ ਕਰਦੇ ਆ, ਉਹ ਕਰਕੇ ਤੇ ਫਿਰ ਆਪਣੇ ਜਿਸਮ ਬਣਾਉਂਦੇ ਸੀ। ਬਿਲਕੁਲ ਬਿਲਕੁਲ ਇੰਝ ਕਰਦੇ ਬੜੇ ਬੜੇ ਭਲਵਾਨ ਹੋਏ ਨੇ ਜੀ। ਹਾਂ ਭਲਵਾਨ ਹੋਇਆ, ਸਲੀਪ ਭਲਵਾਨ ਹੋਏ ਸਾਰੇ, ਆਏ ਦਿਨ ਕੁਸ਼ਤੀਆਂ ਹੁੰਦੀਆਂ, ਪਰ ਰੁਝਾਨ ਉਦੋਂ ਬੜਾ ਸੀ ਇਸ ਪਾਸੇ, ਹੁਣ ਤਾਂ ਰੁਝਾਨ ਬਿਲਕੁਲ ਟੋਟਲੀ ਖਤਮ ਹੋ ਗਿਆ ਹੈ। ਅੱਛਾ ਅੰਕਲ ਜੀ, ਜਿਹੜੇ ਸਾਲੂ ਗੁੱਜਰ ਦੀ ਗਲੀ ਵਿੱਚ ਤੁਹਾਡੇ ਕਲਾਸ ਫੈਲੋ ਪੁਰਾਣੇ ਬੰਦੇ ਸਨ, ਜੀ। ਉਹਨਾਂ ਦੇ ਨਾਲ ਲਵੋ ਸਨ? ਉਹ ਜੀ ਇੱਕ ਇਨਸਾਨ ਸੀ ਜੀ, ਘੋੜਿਆਂ ਦਾ ਬੜਾ ਸ਼ੌਕੀਨ ਸੀ, ਘੋੜੇ ਬੜੇ ਚਲਾਉਂਦਾ ਹੁੰਦਾ ਸੀ, ਤੋੜਦਾ ਹੁੰਦਾ ਸੀ। ਤੇ ਇੱਕ ਇਕਬਾਲ ਹੁੰਦਾ ਸੀ, ਉਹ ਵੀ ਫੌਤ ਹੋ ਗਿਆ। ਬੂਟੀ ਭਲਵਾਨ ਹੁੰਦਾ ਸੀ ਜਿਹੜਾ ਮਸ਼ਹੂਰ ਆਦਮੀ ਹੁੰਦਾ। ਇਸਲਾਮ ਸਾਹਿਬ ਹੁੰਦੇ ਸਨ, ਸਾਦਕ ਥੱਥੇ ਆਉਂਦਾ ਸੀ ਮੁੰਡਾ, ਉਹ ਵੀ ਮੇਰੇ ਨਾਲ ਪੜ੍ਹਦਾ ਹੁੰਦਾ ਸੀ। ਲਤੀਫ ਹੈ ਜਿਹੜਾ ਗੁੱਜਰ ਤੋਂ ਸਾ ਦੱਸਿਆ, ਲਤੀਫ, ਇਹ ਵੀ ਮੇਰਾ ਕਲਾਸ ਫੈਲੋ ਹੁੰਦਾ। ਜੀ ਜੀ। ਸਾਈਂ ਦੁੱਧਈ ਵਾਲਾ, ਉਹ ਵੀ ਬੜਾ ਮਸ਼ਹੂਰ ਸੀ, ਉਹ ਵੀ ਪਿੱਛੇ ਫੌਤ ਹੋ ਗਿਆ। ਯਾਨੀ ਕਿ ਮੈਂ ਇਕੱਲਾ ਹੀ ਜਿੰਨੇ ਵੀ ਬੰਦੇ ਮੈਂ ਦੋਸਤ ਨਾਲ ਇਹਨਾਂ ਨਾ ਪਿਆ,
ਉਹ ਵਿਚਾਰੇ ਸਾਰਿਆਂ ਦਾ ਨੂੰ ਪਿਆਰ ਅੱਲਾਹ ਤਾਲਾ ਨੇ ਤੁਹਾਨੂੰ ਹਜ਼ਾਰ ਅੱਲਾਹ ਤਾਲਾ ਜ਼ਿੰਦਗੀ ਕਰੀ ਕੇ ਰਹਿਮਤ ਕਰੇ ਨੇ ਆਮੀਨ ਉਹ ਮੇਰੇ ਇਹ ਸਭ ਚੀਜ਼ਾਂ ਮੇਰੇ ਅੱਲਾਹ ਦੇ ਹੱਥ ਵਿੱਚ ਨੇ ਸਾਰੀ ਬਿਲਕੁਲ ਜੀ। ਜ਼ਿੰਦਗੀ ਮੌਤ ਨਹੀਂ ਕਹਿੰਦੇ ਹਾਂ ਬਿਲਕੁਲ। ਤੇ ਉਹ ਸਾਰੇ ਦੇਖੀ ਦੇ ਨੇ ਜਾ ਕੇ ਅੱਛਾ ਅੰਕਲ ਜੀ ਜਿਹੜੇ ਚੁੰਨੀ ਲਾਲ ਪਹਿਲਵਾਨ ਸਨ, ਜੀ ਚੁੰਨੀ ਲਾਲ ਪਹਿਲਵਾਨ, ਪਿੰਡੀ ਲਾ ਚੁੰਨੀ ਲਾਲ ਪਹਿਲਵਾਨ ਜਿਹਦਾ ਖਾੜਾ ਹੁੰਦਾ ਸੀ, ਚੁੰਨੀ ਪਹਿਲਵਾਨ ਚੁੰਨੀ ਪਹਿਲਵਾਨ, ਹਾਂਜੀ ਹਾਂਜੀ। ਪਿੰਡੀ ਲੈਣੇ ਚੁੰਨੀ ਭਲਵਾਨ ਦਾ ਚੁੰਨੀ। ਖੜੇ ਇਹੋ ਹੀ ਮਸ਼ਹੂਰ ਚੱਲ ਗੁਜਰ ਦੀ ਗਲੀ ਜਿਹੜੇ ਮਾਰਨ ਵਾਲੇ ਨੇ ਇਹ ਕੌਣ ਸੀ? ਇਹ ਚੁੰਨੀ ਭਲੇ ਹਿੰਦੂ ਸੀ ਅੱਛਾ ਇਹਦਾ ਖਾੜਾ ਸੀ ਇਹਨੇ ਉੱਥੇ ਇਹ ਨਹੀਂ ਕੋਈ ਸੀ ਖਾੜੇ ਕਰਨੇ ਹਿੰਦੂ ਵੀ ਖਾੜੇ ਕਰਦੇ ਸਨ ਸਿੱਖ ਵੀ ਖਾੜੇ ਕਰਦੇ ਸਨ ਆਣ ਤੇ ਕੰਬਾਈਨ ਸਾਰੇ ਹੁੰਦੇ ਸਨ ਕੋਈ ਨਫ਼ਰਤ ਨਹੀਂ ਸੀ ਹੁੰਦੀ ਕਿਸੇ ਉਹ ਆਪ ਦਿਲ ਕਰਦੇ ਹੋ ਜਿਸ ਬਣਾ ਕੇ ਉਹ ਚੀਜ਼ਾਂ ਅਸੀਂ ਸਾਰੇ ਇਕੱਠੇ ਹੀ ਖਾੜਾ ਕਰਨੇ ਹੁੰਦੇ ਹਿੰਦੂ ਵੀ ਹੁੰਦੇ ਸਨ ਸਿੱਖ ਵੀ ਹੁੰਦੇ ਤੁਸੀਂ ਆਪਣੀ ਉਹਦਾ ਅੱਖੀਂ- ਨਾਂ ਦਾ ਮੰਦਿਰ ਵੀ ਹੁੰਦਾ ਸੀ ਇੱਥੇ ਅੱਛਾ ਅੱਜ ਤੱਕ ਮੰਦਿਰ ਵੀ ਹੁੰਦਾ ਸੀ ਚੁੰਨੀ ਭਲਵਾਨ ਦੇ ਬਿਲਕੁਲ। ਇਸ ਟਾਈਮ ਜਿਹੜਾ ਮੌਜੂਦਾ ਮੰਦਿਰ ਹੈ ਨਾ ਮੀਰ ਯੂਸਫ ਪਲਾਜ਼ਾ ਦੇ ਨਾਲ ਬੈਕ ਸਾਈਡ ਦੇ ਉੱਤੇ ਵੀ ਬੈਕ ਸਾਈਡ ਜਿਹੜਾ ਅਗਰਵਾਲ ਖਾਨਦਾਨ ਤੁਹਾਨੂੰ ਮੈਂ ਦੱਸਿਆ ਸੀ ਕਿ ਉਹਨਾਂ ਦੇ ਮੈਂ ਕਰਕੇ ਆਇਆ। ਬਾਈ ਅੱਬਾਈ ਕਬਰ ਉਹ ਮੰਦਿਰ ਹੈ ਜੀ ਜੀ ਬਿਲਕੁਲ ਹਾਲੇ ਵੀ ਉਹ ਮੰਦਿਰ ਉੱਥੇ ਮੌਜੂਦ ਹੈ ਜੀ। ਅੱਛਾ ਜਿਹੜਾ ਚੁੰਨੀ ਪਹਿਲਵਾਨ ਸੀ ਇਹ ਤੁਸੀਂ ਵੇਖੇ ਨੇ ਆਪੀ? ਨਹੀਂ ਮੈਂ ਨਹੀਂ ਗਲਤ ਬੈਠ ਕਰਾਂ ਮੇਰੇ ਬਹੁਤ ਹੋ ਗਏ ਤੇ ਕਰੇ ਅਸੀਂ ਬਾਅਦ ਚ ਐਂਟਰ ਹੋਇਆ ਇੱਥੇ ਜੀ ਜੀ ਵੇਖੋ ਵੇਖ ਚਲੇ ਉਹ ਕਲੱਬਾਂ 'ਚ ਜਾਣਾ ਸ਼ੁਰੂ ਕੀਤਾ ਸੀ ਬਰਤਸ ਕਰਨੀ ਮੁੱਖ ਤੇ ਮਿਸਟਰ ਸਿਆਲਕੋਟ ਹੋਏ ਨੇ ਮੁੰਡੇ ਅਕਸਰ ਇੱਥੇ ਸਾਡੇ ਸਿਆਲਕੋਟ ਦੇ ਤੇ ਉਹਨਾਂ ਨਾਲ ਹੀ ਬਰਤਸ ਕੀਤੀ ਦੀਆਂ ਲੇਕਿਨ ਆਪਣਾ ਸ਼ੌਕ ਨਹੀਂ ਸੀ ਮਿਸਟਰ ਬਣਦਾ ਸਿਰਫ ਆਪਣੇ ਜਿਸਮ ਤੱਕ ਸੀ ਕਿ ਜਿਸਮ ਸਹੀ ਰੱਖਣਾ ਬਸ ਠੀਕ। ਉਸ ਹਿਸਾਬ ਤੱਕ ਐਕਸਰਸਾਈਜ਼ ਕਰੀਦੀ ਸੀ ਤੋਂ ਬਾਅਦ ਜਾਣ ਕੇ ਜੋ ਹੁੰਦਾ ਸੀ ਉਹ ਲੱਸੀਆਂ ਵਗੈਰਾ ਪੀਣੀਆਂ ਕਰਨੀਆਂ ਆਣ ਕੇ ਉਹਦੇ ਨਾਲ ਸਲਾਵਟ ਮਿਲਦੀ ਹੁੰਦੀ ਸੀ ਮਾਸ਼ਾਅੱਲਾ। ਅੱਛਾ ਅੰਕਲ ਜੀ ਐਸਾ ਕੋਈ ਮੁਹੱਲਾ ਜਿਹਦਾ ਨਾਂ ਚੇਂਜ ਹੋਇਆ ਹੈ ਹੁਣ ਇੱਥੇ ਮਹੱਲਾ? ਕੋਈ ਮੁਹੱਲਾ? ਯਕੀਨ ਜਾਣਿਓ ਜਿਹੜੇ ਵੀ ਮਹੱਲੇ ਪਹਿਲੇ ਇੱਥੇ ਆਏ ਸਨ ਸਾਰੇ ਉਸੇ ਨਾਂ ਤੇ ਚੱਲਦੇ ਉਸੇ ਤਰ੍ਹਾਂ ਮੌਜੂਦ ਨੇ। ਡਰਮਾ ਵਾਲੇ ਚੌਂਕ ਦੇ ਇੱਕ ਦੋ ਕੁਛ ਮੁਹੱਲਾ ਨਾਂ ਚੇਂਜ ਹੋਇਆ ਕਿਹੜਾ ਜਿਸ ਤਰ੍ਹਾਂ ਉਹ ਵਜ਼ੀਰਪੁਰਾ ਮੁਹੱਲਾ ਉਹਦਾ ਪਹਿਲਾਂ ਨਾਮ ਹੁੰਦਾ ਸੀ ਜੱਫੀਪੁਰਾ ਉਸ ਮੁਹੱਲੇ ਦਾ ਡਰਮਾ ਵਾਲੇ ਚੌਂਕ ਦੇ ਬਿਲਕੁਲ ਸਾਹਮਣੇ ਉਹ ਜਿੱਥੇ ਤਾਲੇ ਜੀ ਉਹ ਗ੍ਰੈਂਡ ਯੂਨਿਟ ਹੁੰਦਾ ਸੀ ਉਹਦੇ ਪਿਛਲੇ ਬੈਕ ਸਾਈਡ ਦੇ ਉੱਤੇ ਜੀ, ਜੀ, ਜੱਫੀ ਬਿਲਕੁਲ। ਬਾਲਾ ਉੱਤੇ ਹਾਂਜੀ ਉਹਨੂੰ ਹੈਲੋ ਜੱਫੀ ਬਾਲਾ ਹੁੰਦਾ ਸੀ ਉਹਦਾ ਪਹਿਲਾਂ ਹਾਂ ਬਿਲਕੁਲ ਜੱਫੀਪੁਰ ਮੁਹੱਲੇ ਦਾ ਨਾਂ ਸੀ। ਇਹ ਸਾਨੂੰ ਇੱਕ ਹੋਰ ਬਾਬਾ ਜੀ ਨੇ ਤੁਹਾਡੇ ਬਾਰੇ ਉਹਨਾਂ ਦੱਸਿਆ ਸੀ ਇਹਦਾ ਨਾਮ ਜੱਫੀਪੁਰਾ ਸੀ ਤੇ ਬਾਅਦ ਚੋਂ ਇਹਦਾ ਨਾਮ ਮੁਹੱਲਾ ਵਜ਼ੀਰਪੁਰਾ। ਵਜ਼ੀਰਪੁਰਾ ਹਾਂਜੀ ਹਾਂਜੀ। ਠੀਕ ਹੈ ਮੈਂ ਤਦ ਕਹਿ ਰਿਹਾ ਵੀ ਤੁਹਾਡੇ ਲਹਿੰਦੇ ਚੜ੍ਹਦੇ ਦੱਖਣ ਪਹਾੜ ਕਿਹੜਾ ਮੁਹੱਲਾ ਹੈ? ਇੱਥੇ ਜੀ ਇੱਥੇ ਨੂਰਪੁਰਾ ਜੇ ਜੀ ਮੁਬਾਰਕਪੁਰਾ ਵੇ ਜੀ ਤਾਜਪੁਰਾ ਵੇ ਠੀਕ। ਐਸੇ ਦੌਲਤਗੜ੍ਹ ਹੈ ਐਸੇ ਸੱਜੇ ਖੱਬੇ ਪਾਸੇ ਕੋਈ ਬਿਜਲੀ ਮਹੱਲਾ ਹੈ ਮਹੱਲਾ ਸ਼ਾਹ ਵੇ ਉਹੀ ਨਾਂ ਦੀ ਮੁਕੱਦਮੇ ਰੋਡ ਉਹੀ ਨਾਂ ਚੱਲਦਾ ਪਿਆ ਜੁਗਾ ਦੇ ਨਾਲ ਤੇ ਇੱਥੇ ਕੋਈ ਮਹੱਲਾ ਚੇਂਜ ਨਹੀਂ ਹੋਇਆ ਸਾਡੀ ਜ਼ਿੰਦਗੀ ਦਾ ਉਸੇ ਮਹੱਲੇ ਨਾਲ ਐਬਟ ਰੋਡ ਹੋ ਗਿਆ ਜੀ। ਪੈਰਿਸ ਰੋਡ ਹੋ ਗਿਆ ਚਰਚ ਰੋਡ ਹੋ ਗਿਆ ਵੈਰੀ ਗੁੱਡ। ਐਸੇ ਅੱਛਾ ਤਰ੍ਹਾਂ ਬਸ। ਦੁਕਾਨਦਾਰੀ ਕੌਣ ਕਰਦੇ ਸਨ ਉਦੋਂ? ਜੀ ਦੁਕਾਨਦਾਰੀ ਕੌਣ ਕਰਦੇ ਸਨ ਪੁਰਾਣੇ 47 ਵੇਲੇ ਜਦੋਂ ਤੁਸੀਂ ਛੋਟੇ ਬੱਚੇ ਸੀ ਸਕੂਲਾਂ ਜਾਂਦੇ? ਦੁਕਾਨਦਾਰੀ ਉੱਥੇ ਤੁਸੀਂ ਹਿੰਦੂ ਵੀ ਤੇ ਸਿੱਖ ਵੀ ਹੁੰਦੇ ਸਨ ਤੇ ਮੁਸਲਮਾਨ ਵੀ ਹੁੰਦੇ ਸਨ ਜਦ ਕਿ ਇਹ ਸੀ ਕਿ ਲਾਲਚ ਸੀ ਕਿ ਵਾਲਾ ਸਾਹਿਬ ਨੇ ਦੇਣਾ ਨਾ ਪੈਸਾ ਦਵਾਨੀ ਦੇਣੀ ਕਿ ਜਾ ਮੀਦ ਕਰਿਆਨੇ ਕੋਲ ਜਾ ਕੇ ਸੌਦਾ ਲਿਆਈ ਜਾ ਕੇ ਮੀਦ ਕਰਿਆਨੇ ਕੋਲ ਮੁਸਲਮਾਨ ਕੋ ਭੇਜਣਾ ਕਰਨਾ ਤੇ ਇੱਕ ਕਪੜਾ ਸਿੱਖ ਹੁੰਦਾ ਸੀ ਸਾਡੇ ਤਹਿਸੀਲਦਾਰ ਦੇ ਵਿੱਚ ਸਜਾ ਹੁਣ ਕੋਈ ਬਾਕੀ ਬਜ਼ੁਰਗ ਮਿਲ ਗਿਆ ਉਹ ਤੋਂ ਜਾਣ ਕੇ ਬਈ ਕਪੜਾ ਸਿੱਖ ਹੁੰਦਾ ਸੀ ਅਸਾਂ ਚੇਚਾ ਉਹਦੇ ਕੋਲ ਜਾਣਾ ਚਾਹੀਦਾ ਉਹਨੇ ਚੀਜ਼ ਉਹਦੇ ਐਡਵਾਂਟੇਜ ਇਹ ਹੁੰਦਾ ਸੀ ਇੱਕ ਚੀਜ਼ ਮੁਨਾਸਬ ਰੇਟ ਤੇ ਉਹ ਧੇਲੇ ਦਾ ਵੰਜ ਕਰ ਜਾਂਦਾ ਹੁੰਦਾ ਸੀ ਮੁਸਲਮਾਨ ਬੈਠਾ ਹੁੰਦਾ ਸੀ ਕਿਤੇ ਪੈਸੇ ਨਾਲ ਪੈਸਾ ਕਮਾਉਣਾ ਲੇਕਿਨ ਪੈਸੇ ਨਾਲ ਧੇਲਾ ਕਮਾ ਕੇ ਤੋਂ ਬਹੁਤਾ ਰਸ਼ ਲਾਈਦੇ ਹੁੰਦੇ ਹਨ ਹਿੰਦੂ ਜਿਹਦੀ ਵਜ੍ਹਾ ਨਾਲ ਅਸੀਂ ਸਾਡਾ ਰੁਝਾਨ ਜ਼ਿਆਦਾਤਰ ਕਪਲੇ ਸਿੰਘ ਅੱਛਾ ਕਪਲੇ ਸਿੰਘ ਕੋਈ ਜਲ ਦਵਾਨੀ ਮਟਾਣੀ ਨਾਲ ਸਾਨੂੰ ਝੂਗਾ ਦਿੰਦਾ ਹੁੰਦਾ ਸੀ ਕਪਲਾ ਸਿੰਘ। ਕਪਲਾ ਸਿੰਘ ਕਿੱਥੇ ਕਰਕੇ ਦੁਕਾਨ ਸੀ ਇਹਨਾਂ ਦੀ? ਉੱਥੇ ਤਹਿਸੀਲਦਾਰ ਸੱਜੇ ਹੱਥ ਜੀ ਜਿੱਥੇ ਕੋਈ ਨੂਰ ਐਸਲੇ ਮਾਰਕੀਟ ਨਹੀਂ ਬਣੀ ਦੀ ਜੀ, ਜੀ। ਸਾਡੇ ਮਸਜਿਦ ਜੂਸੇ ਦੇ ਉਰਲੇ ਪਾਸੇ ਇੱਥੇ ਕਪੜੇ ਦੀ ਦੁਕਾਨ ਹੁੰਦੀ ਸੀ ਕਪਲ ਯਾਰ ਕਿ ਉਹਦੀ ਬੜੀ ਤੇਜ਼ ਗੁਫ਼ਤਗੂ ਦੀ ਐਡੀ ਦਾੜੀ ਹੁੰਦੀ ਸੀ ਤਾਂ ਬੜੀ ਤੇਜ਼ ਗੁਫ਼ਤਗੂ ਕਰਦੇ ਉਹਦੀ ਵਜ੍ਹਾ ਨਾਲ ਉਹਦਾ ਨਾਂ ਕਪਲਾ ਪਿਆ ਦਾ ਸੀ ਪਲੱਸ ਤੁਹਾਨੂੰ ਦੱਸਿਆ ਚੀਜ਼ ਵੀ ਜਿਹੜੀ ਤੇ ਨਾਲ ਜਿਹੜੇ ਬੱਚੇ ਨੂੰ ਝੂਗਾ ਦਿੰਦਾ ਸੀ ਨਾ ਉਹ ਝੂਗੇ ਦੀ ਜਿਹੜੀ ਰਕਮ ਜਿਹੜੀ ਸੀ ਨਾ ਉਹ ਬੱਚੇ ਨੂੰ ਮਾਇਲ ਕਰਦੀ ਸੀ ਉਹਦੀ ਦੁਕਾਨ ਦੀ ਤਰਫ ਬਿਲਕੁਲ ਬਿਲਕੁਲ। ਪਿਓ ਭਾਵੇਂ ਕੁਛ ਕਹਿ ਕੋਈ ਨਹੀਂ ਉਹ ਜਾਂਦੇ ਕੱਪੜੇ ਦੀ ਦੁਕਾਨ ਤੇ ਜਾਣਾ ਹੀ ਸਨ ਉੱਥੇ। ਦੂਜੀ ਕੋ ਚੀਜ਼ ਜਿਹੜੀ ਦਵਾਨੀ ਦੀ ਚੀਜ਼ ਉਹ ਹਿੰਦੂ ਦੇ ਮੁਸਲਮਾਨ ਦੇ ਨਾਲ ਹੋਈ ਨਾ ਉਹਨੇ 1.5 ਆਨੇ ਦੇ ਛੱਡਦਾ ਹੁੰਦਾ ਸੀ ਜਿਹੜੇ ਕੋਈ ਥੋੜੇ ਪੈਸੇ ਦਾ ਰੇਟ ਵੀ ਘੱਟ ਤੇ ਇਸ ਵਾਸਤੇ ਮੁਸਲਮਾਨ ਕੋ ਪੈਸਾ ਘੱਟ ਹੀ ਹਿੰਦੂਆਂ ਕੋ ਪੈਸਾ ਜ਼ਿਆਦਾ ਸਰਮਾਇਦਾਰ ਹੋ ਉਹਨਾਂ ਕੋਲ ਤਰੀਕਾ ਸੀ ਪੈਸਾ ਕਮਾਉਣ ਦਾ। ਤਰੀਕਾ ਕਰਨਸੀ ਕਾਰੋਬਾਰ ਕਰਨ ਦਾ ਕਾਰੋਬਾਰ ਸਿੱਖਣਾ ਉੱਥੇ ਉਹਨਾਂ ਕੋਲ ਸਿੱਖਣਾ ਸੁਣੇ ਬਾਅਦ ਚ ਵੀ ਜਿਹੜੀ ਪੈਟੀਸ਼ਨ ਹੋਇਆ ਬੜੇ ਭੈੜੇ ਹਾਲ ਨਾਲ ਵਿਚਾਰੇ ਬਿਲਕੁਲ ਜੀ। ਅੱਛਾ ਤੁਹਾਡਾ ਲੰਬੜਦਾਰ ਕੌਣ ਹੁੰਦਾ ਸੀ ਉਦੋਂ? ਸ਼ਾਹ ਲੰਬੜਦਾਰ? ਸੈਦਾਂ ਦਾ ਜੀ। ਕੋਈ ਲੰਬੜਦਾਰ ਇੱਥੇ ਕੋਈ ਲੰਬੜ ਹੁੰਦਾ ਹੀ ਨਹੀਂ ਸੀ ਲੰਬੜਦਾਰ ਪਿੰਡਾਂ 'ਚ ਹੁੰਦੀ ਸੀ ਨਾ ਲੰਬੜਦਾਰੀ ਹੁੰਦੀ ਪਿੰਡਾਂ ਸੀ। 'ਚ ਹੁੰਦੇ ਸਨ ਇੱਥੇ ਸਿਆਲਕੋਟ ਦੇ ਵਿੱਚ ਇੱਥੇ ਕੋਈ ਨਹੀਂ ਸੀ। ਇੱਥੇ ਬਸ ਉਹ ਮੈਂਬਰਾਂ ਦੀ ਹੱਦ ਤੱਕ ਸਨ ਮਹੱਲੇਦਾਰ ਸੀ ਮੈਂਬਰ ਖਲੋ ਗਏ ਜੀ ਇੱਥੇ ਕੋਈ ਤੁਹਾਡੀ ਆਪਣੀ ਬਰਾਦਰੀ ਦੇ ਕਿੰਨੇ ਘਰ ਸਨ? ਇੱਥੇ ਜੀ ਸ਼ਾਹ ਸੈਦਾਂ।
ਇੱਥੇ ਸਾਡੇ ਮੇਰੇ ਲਈ ਐਸੇ ਨੇ ਕੋਈ 5-6 ਘਰ ਨੇ ਸਾਡੇ ਇੱਥੇ ਮਾਸ਼ਾਅੱਲਾ। ਤੁਹਾਡੇ ਵਾਲਾ ਸਾਹਿਬ ਕਿੰਨੇ ਭਾਈ ਸਨ? ਮੇਰੇ ਵਾਸਤੇ 2 ਭਾਈ ਸਨ। ਕੀ ਨਾਂ ਸੀ ਦੂਸਰੇ ਨੇ? ਮੁਹੰਮਦ ਅਲੀ ਮੁਹੰਮਦ ਅਲੀ। ਛੋਟੇ ਸਨ। ਠੀਕ ਹੈ, ਉਹ ਵੱਡੇ ਸਨ ਕਿ ਛੋਟੇ ਸਨ? ਛੋਟੇ ਸਨ ਛੋਟੇ ਸਨ। ਉਹਨਾਂ ਦੀ ਔਲਾਦ ਵੀ ਅੱਗੋਂ ਹੈ ਵੇ? ਜੀ ਉਹ ਗੁਨਾ ਉਹਨਾਂ ਦੇ ਵੀ 4 ਬੇਟੇ 2 ਬੇਟੀਆਂ ਨੇ ਵੀ ਸਾਡੇ ਵੀ 4 ਬੇਟੇ ਤੇ 2 ਬੇਟੀਆਂ ਸੀ। ਯਾਨੀ ਕਿ ਇਸ ਟਾਈਮ ਆਪਣੇ ਖਾਨਦਾਨ ਵਿੱਚ ਮਾਸ਼ਾਅੱਲਾ ਤੁਸੀਂ ਸਭ ਜੀ ਤੋਂ ਮੈਂ ਵੱਡੇ ਸਭ ਤੋਂ ਵੱਡਾ, ਭਾਈਆਂ ਨਾਲ ਵੀ ਕਜ਼ਨਾਂ ਨਾਲ ਵੀ ਕਜ਼ਨੀਆਂ ਨਾਲ ਸਿਰਫ ਮੈਨੂੰ ਇੱਕ ਭੈਣ ਵੱਡੀ ਹੈ ਤੇ ਉਹ ਲਾਹੌਰ ਹੁੰਦੀ ਹੈ, ਉਹ ਕੋਈ 1.5-2 ਸਾਲ ਵੱਡੀ ਹੈ। ਠੀਕ ਠੀਕ। ਅੱਛਾ, ਤੁਸੀਂ ਕਹਿ ਰਹੇ ਕਿ ਤੁਹਾਡੇ ਜੰਮੂ ਵਿੱਚ ਰਿਸ਼ਤੇਦਾਰੀ ਹੈ ਸੀ ਤੁਹਾਡੀ ਭਲਾ? ਜੀ ਜੰਮੂ ਵਿੱਚ ਕੌਣ ਸਨ ਤੁਹਾਡੇ ਜੰਮੂ ਵਿੱਚ? ਉਹ ਜੀ ਮੇਰੇ ਅੱਬਾ ਜੀ ਦੇ ਤਕਰੀਬਨ ਚਾਚਾ ਹੀ ਲੱਗਦੇ ਸਨ। 3 ਭਾਈ ਸਨ, ਸ਼ਰੀਫ, ਮੀਰ ਤੇ ਲਤੀਫ। ਤਿੰਨੇ ਪੜ੍ਹੇ ਲਿਖੇ ਸਨ, ਦਫ਼ਤਰੀ ਨੌਕਰੀਆਂ ਕਰਦੇ ਸਨ। ਬਾਲ ਬੱਚੇ ਵੀ ਉਦੋਂ ਉੱਥੇ ਆਏ ਸੀ, ਬੱਚੇ ਵੀ ਉੱਥੇ ਆਏ ਸਨ। ਤੇ ਜਦੋਂ ਉਹ ਕੋਈ 3 ਮਹੀਨੇ ਪਹਿਲਾਂ ਇੱਥੇ ਆਏ ਨੇ ਤੇ ਮੇਰੀ ਦਾਦੀ ਅੱਲਾ ਬਖਸ਼ ਹੁੰਦੀ ਸੀ ਜ਼ੈਨਬ ਬੀਬੀ, ਤੇ ਉਹਨਾਂ ਇੱਕ ਕਿਹਾ ਚਾਚੇ ਨੂੰ ਕਿ ਨਾ ਜਾਓ, ਗੜਬੜ ਪੈਂਦੀ ਪਰ ਤੁਸੀਂ ਨਾ ਜਾਓ। ਕਹਿਣਾ ਭਾਬੀ ਜੀ ਕੁਛ ਨਹੀਂ ਹੁੰਦਾ, ਸਾਨੂੰ ਜਾਣਦੇ ਹੋ ਤੁਸੀਂ। ਉਹ ਚਲੇ ਗਏ ਨੇ ਉੱਥੇ, ਫਿਰ ਲਾਸ਼ਾਂ ਉੱਥੋਂ ਆਈਆਂ ਨੇ। ਲਾਸ਼ਾਂ ਸਾਡੇ ਕੀ ਆਣੇ ਕੋਲ ਉੱਥੇ ਹੀ ਰਹਿ ਕੇ ਵਿਚਾਰੇ। ਉਹ ਫਿਰ ਉਹਨਾਂ ਦੇ ਵਿੱਚ ਉਹਨਾਂ ਦੀ ਵਾਲਦਾ ਇੱਕ ਪੋਤਰਾ ਬਚ ਕੇ ਆਇਆ ਸੀ ਜਿਹਦਾ ਨਾਂ ਆਰਫ ਸੀ। ਉਸ ਦੇ 2 ਸਾਲ ਦਾ ਸੀ ਆਰਫ। ਤੇ ਸਾਡੀ ਜਿਹੜੀ ਵਾਲਦਾ, ਉਹਨਾਂ ਦੀ ਵਾਲਦਾ ਆਈ ਸੀ, ਉਹਦੇ ਕੋਟ ਨੂੰ ਬਰਛੀਆਂ ਮਾਰ ਕੇ ਤੋੜੇ ਸਨ ਤੇ ਕਾਂਟੇ ਖਿੱਚ ਕੇ ਲਾਏ ਸਨ ਉਹਨਾਂ ਦੇ ਉੱਤੇ, ਤੇ ਸਾਰੇ ਕਾਂਟੇ ਪਾੜ ਸਨ। ਬਹੁਤ ਟਾਈਮ ਸਨ। ਕਹਿੰਦੀ ਸੀ ਮੇਰੇ ਸਾਹਮਣੇ ਮੇਰੇ 3 ਪੁੱਤਰਾਂ ਨੂੰ ਬਰਛੀ ਮਾਰਦੇ ਸਨ ਇੱਥੇ। ਉਹ ਖੂਨ ਵੱਧ ਕੇ ਸਿਰ ਮੁਰਗੀ ਲਾਲ ਨਾ ਕਰੋ, ਤੜ ਕੇ ਮਰ ਜਾਂਦੀ ਹੈ। ਇਸ ਤਰ੍ਹਾਂ ਸਿੱਖ ਮਾਰਦੇ ਨੇ ਬਰਛੀਆਂ ਤੋਂ, ਤੜਫ ਕੇ ਮਰ ਜਾਂਦੇ ਨੇ। ਜਦ ਕਿ ਲੋਕ 8 ਫੈਮਲੀਆਂ ਬੱਚਿਆਂ ਦੇ ਵਿੱਚ ਮੈਂ 2 ਬੱਚੇ ਵਸੂਲ ਕੀਤੇ। ਮੁਸਲਮਾਨ ਸਕੂਲ 'ਚ ਪਨਾਹਗੀਰ ਆਉਂਦੇ ਸਨ, ਪਨਾਹਗੀਰ ਤੋਂ ਮਾਜਰ ਹੁੰਦੇ ਜੀ, ਨਾ ਬੋਲਦੇ ਸਨ ਫਲਾਣਾ ਬੰਦਾ ਇੱਥੇ ਆਇਆ, ਤੁਸੀਂ ਲੈਣਾ। ਮੈਂ ਇਕੱਲੇ ਇੱਥੋਂ ਗਿਆ ਸਰ, ਪਿਛਲੇ ਨਾਂ ਲਿਆ ਨਾ ਚਾਚਾ ਦਾ ਨਾਂ ਆਇਆ, ਨਾ ਬਜ਼ੁਰਗ ਕਿਸੇ ਨਾਂ ਆਇਆ। ਉਹ ਨਾਂ ਆਇਆ ਉਹਨਾਂ ਦਾ, ਬਸ ਉਹ ਔਰਤ ਦਾ, ਉਹਨਾਂ ਦੀ ਵਾਲਦਾ ਦਾ, ਆਰਫ ਦਾ, ਕਿ ਦੋਨਾਂ। ਮੈਂ ਫਟਾਫਟ ਸਭ ਕੀਤਾ। ਮੈਂ ਅੰਦਰ ਗਿਆ, ਮੈਂ ਜੀ ਮੇਰੇ ਵਾਲੇ ਕਰ ਟਾਂਗਾ ਕਰਾ ਕੇ ਮੈਂ ਘਰ ਲੈ ਆਇਆ ਉਹਨਾਂ ਨੂੰ। ਬਸ ਰੋੜਾ ਪਿੱਛੇ ਪੈ ਗਿਆ। ਕਿੰਨੇ ਘਰ ਦੇ ਅਫਰਾਦ ਉਹਨਾਂ ਦੇ ਸ਼ਹੀਦ ਹੋ ਗਏ ਸਨ ਉੱਥੇ? ਉਹ 7 ਵਜੇ 7 ਜੀ ਸ਼ਹੀਦ ਹੋਏ ਸੀ। 7। ਉਹ ਰਿਸ਼ਤੇ ਵਿੱਚ ਕੀ ਲੱਗਦੇ ਸਨ ਉਹਨਾਂ ਦੇ? ਉਹ ਆਪੇ ਚਾਚੇ ਚਾਚੇ ਬਾਬੇ ਦੇ। ਉਹ ਫਿਰ ਉਹਦੀ ਦਾਦੀ ਸੀ ਆਈ ਦੀ ਇੱਥੇ, ਰੋਜ਼ਾਨਾ ਰੇਲਵੇ ਲਾਈਨ ਤੇ ਟੁਰ ਜਾਂਦੀ ਹੁੰਦੀ ਸੀ, ਫੜ ਕੇ ਲਿਆਉਂਦੇ ਹੁੰਦੇ ਸਨ। ਕਹਿੰਦੀ ਜੋ ਮੈਂ ਅਛੜ ਵੇਖ ਕੇ ਆਈ ਹਾਂ ਉਹਨੂੰ ਗੱਡੀ 'ਚ ਲਿਆ ਲਿਆ। ਨਾ ਉਹ ਜੁੱਤੀ ਪਾਉਂਦੇ ਹੁੰਦੇ ਹਨ ਤੇ ਦਿਹਾੜੀ 'ਚ 3 ਵਾਰੀ ਅਸੀਂ ਲੈਣਾ ਤੋਂ ਰੇਲਵੇ ਲਾਈਨ ਤੋਂ ਫੜ ਕੇ ਲਿਆਉਂਦੇ ਸੀ ਮੇਰੀ ਇੱਥੇ ਜਾਂਦੇ। ਤੇ 3 ਪੁੱਤਰ ਜਿੱਦੇ ਪੜ੍ਹੇ ਲਿਖੇ ਬੱਚੇ ਸਾਹਮਣੇ ਸ਼ਹੀਦ ਕੀਤੇ, ਉਹਨਾਂ ਦਾ ਕੀ ਹਾਲ। ਤੇ ਇਹ ਫਿਰ ਪੋਤਰਾ ਜਿਹੜਾ ਬਚਾਇਆ ਸੀ, ਕਹਿੰਦੀ ਸੀ ਮੈਨੂੰ ਜ਼ਿਆਦਾ ਅਨਸਰ ਨਾ ਮੇਰੀ ਬਕਾਓ ਤੇ ਮੇਰੇ ਕੋਲ ਜ਼ੇਵਰ ਸਾਰਾ ਲੈ ਲਿਆ। ਕੁਝ ਜ਼ੇਵਰ ਉਹਨਾਂ ਆਪੇ ਉਤਾਰਿਆ ਤੇ ਕੁਛ ਉਹਨਾਂ ਨੇ ਖਿੱਚ ਕੇ ਉਤਾਰਿਆ ਤੇ ਗੁਰਤੇ ਉੱਤੇ ਪਰਚੀ ਮਾਰੀ। ਉੱਥੋਂ ਆ ਕੇ ਜ਼ਖਮੀ ਹੱਥ ਬੱਚੇ ਨੂੰ, ਪੋਤਰੇ ਨੂੰ ਬਚਾ ਕੇ ਲਿਆਈ ਸਨ। ਜਦੋਂ ਮੈਂ ਇੱਥੋਂ ਰਿਸੀਵ ਕੀਤਾ ਸੀ ਸਕੂਲ, ਸਲਾਮੀਆ ਸਕੂਲ ਤੋਂ, ਮੁਸਲਿਮ ਸਕੂਲ ਤੋਂ, ਮੁਸਲਿਮ ਗੌਰਮੈਂਟ ਜੀ ਮੁਸਲਿਮ ਸਕੂਲ। ਇੱਥੇ ਸਾਰੇ ਮਾਜਰ ਆਏ ਸਨ। ਉਹ ਇਸ ਤਰ੍ਹਾਂ ਬਸ ਵਕਤ ਨਿਕਲਿਆ ਬਾਸ਼ਾ ਜੋ ਅੱਛਾ। ਜੰਮੂ ਕਿਹੜੀ ਜਗ੍ਹਾ ਰਹਿ ਰਹੇ ਸਨ? ਉਸਤਾਦ ਦੇ ਮਹੱਲਾ ਉਸਤਾਦਾਂ ਵਾਲਾ। ਉਸਤਾਦ ਬਿਲਕੁਲ, ਮਿਆਨੇਪੁਰ ਦੇ ਕੁਝ ਜੀ ਆ ਕੇ ਉੱਥੇ ਬੈਠੇ ਨੇ। ਮੈਂ ਉੱਥੇ ਇੰਟਰਵਿਊ ਕੀਤਾ ਸੀ, ਉਹਨਾਂ ਨੇ ਮਹੱਲਾ ਉਸਤਾਦਾਂ ਵਾਲਾ ਰੈਜ਼ੀਡੈਂਸੀ ਰੋਡ ਦੇ ਉੱਤੇ ਉਸ ਮੁਹੱਲੇ ਦੀ ਸਾਰੀ ਤਾਰੀਫ ਉਹਨਾਂ ਮੈਨੂੰ ਸੁਣਾਈ ਹੈ। ਜੀ ਔਰ ਮਹੱਲਾ ਉਸਤਾਦਾਂ ਵਾਲੇ ਤੋਂ ਕਾਫੀ ਸਾਰੇ ਮੇਰੇ ਨਾਲ ਦੋਸਤ ਨੇ। ਇਨਸ਼ਾਅੱਲਾ ਮੈਂ ਉਹਨਾਂ ਦਾ ਤੁਹਾਨੂੰ ਨੰਬਰ ਵੀ ਦੇਵਾਂਗਾ, ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਹੋਏਗੀ ਆਪਣੇ ਇਸ ਟਾਈਮ। ਉਹਨਾਂ 'ਚੋਂ ਉਦੋਂ ਵਕਤਾਂ ਦੀ ਉਹਨਾਂ ਦੀ ਪ੍ਰਾਪਰਟੀ ਖਰੀਦੀ ਜੰਮੂ ਵਾਲਿਆਂ ਨੇ। ਇੱਥੇ ਹਾਲੀ ਸੋਹਣੀ ਘੰਟਾ ਘਰ ਦੇ ਕੋਲ ਅਸ਼ਮਤ ਪਲਾਜ਼ਾ ਇੱਕ ਬਣਿਆ ਨਵਾਂ, ਉਹ ਦਾਦੇ ਦੇ ਨਾਂ ਉਹਨਾਂ ਬਣਾਇਆ। ਉਹਨਾਂ ਦੀ ਪ੍ਰਾਪਰਟੀ ਉਦੋਂ ਦੀ ਖਰੀਦੀ ਜਦੋਂ ਵੀ ਪਾਰਟੀਸ਼ਨ ਤੋਂ ਪਹਿਲਾਂ ਸਨ, ਜਿਹੜੇ ਕਿ ਇਹਨਾਂ ਸਰਮਾਇਆ ਸੀ ਕਿ ਉੱਥੇ ਉਹਨਾਂ ਦੇ ਆਪਣੇ ਹੋਟਲ ਸਨ ਉੱਥੇ, ਲੇਕਿਨ ਉਹ ਪ੍ਰੀ ਪਾਰਟੀਸ਼ਨ ਤੋਂ ਪਹਿਲਾਂ ਹੀ ਆ ਗਏ ਸਨ, ਸ਼ਿਫਟ ਹੋ ਗਏ ਸਨ। ਅੱਛਾ, ਉਹ ਜਿਹੜੇ ਤੁਸੀਂ ਦੱਸ ਰਹੇ ਹੋ ਉੱਥੇ ਜੰਮੂ ਤੋਂ ਆਏ ਸਨ, 3 ਪੁੱਤਰ ਪੜ੍ਹੇ ਲਿਖੇ ਸਨ, ਉਹਨਾਂ ਦੇ ਤੁਸੀਂ ਕੀ ਨਾਮ ਦੇ ਸਨ? ਸ਼ਰੀਫ, ਹਮੀਦ ਤੇ ਲਤੀਫ। ਸ਼ਰੀਫ, ਹਮੀਦ ਤੇ ਲਤੀਫ, ਠੀਕ ਹੈ। ਸ਼ਰੀਫ ਸਭ ਤੋਂ ਵੱਡੇ ਸਨ ਜੀ, ਉਹ ਸੂਬੇਦਾਰ ਸਨ, ਦਵਾਖਾਨੇ ਚ ਲੱਗੇ ਨੇ। ਮਾਸ਼ਾਅੱਲਾ। ਤੇ ਛੋਟੇ ਜਿਹੜੇ 2 ਸਨ ਉਹ ਪਤਾ ਨਹੀਂ ਕਿਹਨੇ ਮਹਿਕਮੇ, ਉਹਦਾ ਮੈਨੂੰ ਨਹੀਂ ਪਤਾ। ਹਮੀਦ ਤੇ ਲਤੀਫ। ਅੱਛਾ, ਉਦੋਂ ਮਤਲਬ ਕਿ ਮਹਿਕਮੇ ਵਿੱਚ ਸੈਟਲ ਸਨ ਉਹ? ਮਹਿਕਮੇ ਜੰਮੂ ਮਹਿਕਮੇ ਸਨ। ਤੇ ਉਹ ਖੁਸ਼ੀ ਦੀ ਇਹ ਗੱਲ ਹੈ ਕਿ ਤਿੰਨੇ ਵਿਆਹ ਵਾਲੀਆਂ ਚਿਕਨਾਂ ਪਾ ਕੇ ਆਏ ਨੇ। ਉਸੇ ਜੁਮੇਰਾਤ ਦੇ ਟਰੱਕ ਤੇ ਬਹਿ ਕੇ ਆਏ ਨੇ। 17 ਟਰੱਕ ਟੁਰੇ ਸਨ ਤੋਂ, ਜਿਹੜੇ ਮੇਰਾ ਕੋਈ ਬੰਦਾ ਬਚਿਆ ਸਭ ਸ਼ੇਅਰ ਕਰ। ਫਿਰ ਲੋਕਲ ਲੜਕੀਆਂ ਜਿਹਨਾਂ ਨੂੰ ਕਾਲਖਾਂ ਮਾਰ ਕੇ ਲਿਆਉਂਦੇ, ਸਿੱਖ ਖੂਬਸੂਰਤ ਲੜਕੀਆਂ ਨੂੰ ਚੁੱਕ ਕੇ ਲੈ ਜਾਂਦੇ ਸਨ। ਇੱਕ ਸਾਡੀ ਫੈਮਿਲੀ ਉੱਥੋਂ ਆਈ ਹੈ ਬਾਅਦ ਦੇ ਵਿੱਚ, ਜਿਨ੍ਹਾਂ ਦੀ ਮਾਂ ਨੇ ਇੱਥੇ ਆਣ ਕੇ ਕਿਹਾ ਸੀ ਕਿ ਮੈਂ ਸਾਰਾ ਦਿਨ ਚੁੱਲ੍ਹੇ ਦੀ ਕਾਲਖ ਲੈ ਕੇ ਇਹਨਾਂ ਦੀ ਬਾਹਾਂ ਦੇ ਉੱਤੇ ਸਾਡੇ ਮਲ ਕੇ ਨਾ
ਮੂੰਹ ਤੇ ਮਾਰ ਕੇ ਤੇ ਬਾਰਡਰ ਕ੍ਰਾਸ ਕੀਤਾ। ਸਿੱਖ ਨੇ ਸਨ ਛੱਡ ਦਿੱਤੇ, ਬੜਾ ਜ਼ੁਲਮ ਕੀਤਾ ਸੀ। ਉਦੋਂ ਦੀਆਂ ਇਹ ਗੱਲਾਂ ਉਹਨੇ ਚ ਆਈਆਂ ਸਨ, ਜਿਹੜੇ ਉੱਥੋਂ ਸ਼ਿਫਟ ਹੋ ਕੇ ਆਏ ਸਨ, ਉਹਨਾਂ ਦੀ ਜ਼ਬਾਨੀ ਪਤਾ ਲੱਗਾ ਸਰ ਕਿ ਇਹ ਸਾਡਾ ਜ਼ਿਆਦਤੀ ਹੋਈ ਉੱਥੇ। ਬਸ ਇਸੇ ਤਰ੍ਹਾਂ। ਅੱਛਾ, ਇਹ ਤੁਹਾਡੇ ਜਿਹੜੇ ਆਏ ਸਨ ਦਾਦੀ ਜੀ ਲੱਗਦੇ ਸਨ ਤੁਹਾਡੇ, ਜਿਹੜੇ ਉਧਰੋਂ ਆਏ ਸਨ, ਜਿਹੜੇ ਜੈਨਤ ਜਿਹੜੇ ਮੇਰੇ ਬਾਈ ਦੇ ਚਾਚੇ ਸਨ, ਚਾਚੇ, ਉਹਨਾਂ ਦੀ ਜਿਹੜੀ ਵਾਲਦਾ ਸੀ ਨਾ ਚਾਚੇ ਦੇ ਪੁੱਤਰ, ਉਹ ਨਾਲ ਆਏ ਸੀ। ਅੱਛਾ ਸਨ। ਠੀਕ। ਤੇ ਉਹਨਾਂ ਦਾ ਕੋਈ ਜਿਹੜਾ ਸਮਾਨ ਸਾਜ਼ੋ ਸੀ ਸਾਰਾ ਤੋਂ ਛੱਡ ਛੜਾ ਸਭ ਖਤਮ ਹੋ ਗਿਆ, ਛੱਡ ਗਏ। ਬਸ ਆਪਣੀ ਜਾਨ ਬਚਾਉਣ ਵਾਸਤੇ ਬੜੀ ਮੁਸ਼ਕਲ ਪਹੁੰਚੇ ਨੇ ਇੱਥੋਂ। ਅੱਛਾ, ਇੱਥੋਂ ਜਿਹੜੇ ਮੁਸਲਮਾਨ ਗਏ ਨੇ ਮਤਲਬ ਬੁਰਕੇ ਪਾ ਕੇ ਭੇਜੇ ਨੇ, ਉੱਥੇ ਉਹਨੇ ਸਿੱਖਾਂ ਨੇ ਬਾਰਡਰ ਕ੍ਰਾਸ ਕੀਤਾ। ਉਹਨੂੰ ਪੁੱਛਿਆ ਕਿ ਤੁਸੀਂ ਬਚ ਕੇ ਕਿਸ ਤਰ੍ਹਾਂ ਆਉਂਦੇ ਪਏ? ਉਹਦਾ ਕਿਹਾ ਹੈ, ਸਿੱਖਾਂ ਨੇ ਜਾ ਕੇ ਕਿਹਾ, ਹਿੰਦੂਆਂ ਨੇ ਜਾ ਕੇ, ਕੁੱਤੇ ਸਨ ਟੁੱਕਰ ਪਾਈ ਆਇਆ ਤੇ ਟੁਰੀ ਆਏ, ਜਾਂ ਕਿ ਪੈਸੇ ਦਿੰਦੇ ਆਏ ਤੇ ਮੁਸਲਮਾਨਾਂ ਨੂੰ ਬੁਰਕੇ ਪਾ ਕੇ। ਇਹ ਲਫ਼ਜ਼ ਮੇਰੇ ਕੰਨਾਂ 'ਚ ਉਦੋਂ ਸੁਣਾਈ ਸੀ। ਉਹਨਾਂ ਕਿਹਾ ਸੀ ਬੰਦਾ ਇੱਧਰੋਂ ਜ਼ਿੰਦਾ ਜਾਣ ਹੀ ਕੋਈ ਨਹੀਂ ਦਿੰਦੇ, ਮੈਂ ਮੁਸਲਮਾਨ ਸੀ, ਤੁਸੀਂ ਕਿਸ ਤਰ੍ਹਾਂ ਬਚ ਕੇ ਆਉਂਦੇ ਪਏ? ਭੁੱਖੇ ਸਨ ਮੁਸਲਮਾਨ, ਚਿੱਟੇ ਬੁਰਕੇ ਪਵਾ ਕੇ ਬਾਰਡਰ ਛੱਡਣਾ, ਬੁਰਕੇ ਫਿਰ ਵਾਪਸ ਲੈਣ ਤੇ ਜਾ ਕੇ ਇਸ ਤਰ੍ਹਾਂ ਕਲਾਸ ਹੋਈ। ਉਹਨਾਂ ਦੇ ਇਹਨਾਂ ਵਕਤਾਂ 'ਚ ਗੱਲਾਂ ਜਿਹੜੀ ਸੁਣਨ 'ਚ ਆਈ ਨਾ, ਮੈਂ ਉਹ ਤੁਹਾਨੂੰ ਦੱਸਣਾ ਪਿਆ ਕਿ ਇਸ ਤਰ੍ਹਾਂ ਸਾਡਾ ਰੋ ਵਿਕਰ ਤੇ ਚਾਰ ਜਗ੍ਹਾ ਵੇਖੀ, ਚਾਰ ਜਗ੍ਹਾ ਉਹ ਵੀ ਜੰਗੀ ਸੀ ਕਿਸਮ। ਬਿਲਕੁਲ ਬਿਲਕੁਲ ਜੀ, ਬਿਲਕੁਲ। ਉਸ ਵਾਰ 65 ਦੀ ਜੰਗ ਵੇਖੀ, 71 ਦੀ ਵੇਖੀ, ਉਹ ਸਭ ਕੁਛ ਉਹ ਤੇ ਕਿਆਮਤ ਸੀ ਨਾ, ਜਿਹੜੀ 47 ਵਾਲੀ ਸੀ, ਉਹ ਤੇ ਕਿਆਮਤ ਤੋਂ ਪਹਿਲਾਂ ਕਿਆਮਤ ਸੀ। ਲੱਗਦਾ ਸਾਹਮਣੇ ਮੈਨੂੰ ਛੁਰੀਆਂ ਮਾਰੀਆਂ ਨੇ, ਮਾਰਦੇ ਨੇ, ਅਸੀਂ ਕੰਬ ਗਏ ਉੱਤੇ ਜ਼ਰਾਨੀ ਚੀਕਾਂ ਮਾਰਨ ਸ਼ੁਰੂ ਕਰ। ਲੇਕਿਨ ਉਹ ਅੱਛਾ ਸੀ ਨਾ ਅਸਲ, ਉਹ ਸਾਡੀ ਚਾਚੀ ਦਾ ਚਾਚੇ ਦਾ ਪੁੱਤਰ ਭਰਾ ਸੀ, ਮੰਦਰੇ ਕਰਦਾ ਸੀ, ਉਹਨੇ ਮਾਰਿਆ। ਉਸ ਵੇਲੇ 3-4 ਮਹੀਨੇ ਬਾਅਦ ਲੈ ਆਇਆ ਚਾਚੀ, ਮੈਨੂੰ ਤੁਹਾਨੂੰ ਦੱਸਿਆ ਆਪਾਂ ਮੈਂ ਉਧਰ 3 ਵੋਟ ਪਾ ਕੇ ਗਿਆ। ਬਸ ਇਹ ਕੋਈ ਉਦੋਂ ਸੀ, ਸਿੱਖਾਂ ਨੂੰ ਮਾਰ, ਹਿੰਦੂਆਂ ਨੂੰ ਮਾਰ। ਤਲਕ ਨੇ ਕਿਸੇ ਨੇ ਵੇਖਿਆ ਕਿ ਸਾਡੇ ਵਸਾਏ ਸਨ ਜਾਂ ਉਹਨਾਂ ਫਿਰ ਇਹ ਤਰੀਕਾਕਾਰ ਕੀਤਾ, ਇਹ ਮੁਸਲਮਾਨ ਭੁੱਖੇ ਨੂੰ ਪੈਸੇ ਲਾਓ ਤਾਂ ਅਸੀਂ ਬਚ ਸਕਦੇ ਨਹੀਂ ਸੀ। ਉਹਨਾਂ ਫਿਰ ਰੁਪਈਆ ਖੁੱਲ੍ਹਾ ਸੁੱਟਿਆ ਲੱਗੇ, ਇਹ ਫਿਰ ਪਹਾੜੀ ਉੱਥੇ ਜਾਂਦੇ ਗਏ ਨੇ। ਉਦੋਂ ਸਾਡੇ ਮੁਸਲਮਾਨ ਅੱਧੇ ਆਉਂਦੇ ਰਹੇ ਨੇ, ਇਹ ਸਾਰੇ ਸਾਬਤ ਜਾਂਦੇ ਨੇ ਪੈਸੇ ਲੈ ਕੇ। ਅੱਛਾ ਅੰਕਲ ਜੀ, ਜਿਹੜੇ 1000 ਰੁਪਏ ਦੀ ਹਾਲੀ ਕੀ ਬੁੱਕ ਤੋਂ ਹੁੰਦੀ ਹੈ, ਦੱਸਣਾ ਪਿਆ ਇਸ ਤਰ੍ਹਾਂ ਲੈ ਕੇ ਤੇ ਨੱਚੇ ਤੇ ਬੁੱਕ ਪਵਾ ਤੇ ਉਹ ਕੋਈ ਬਰਗਰ ਜਿਹਨੇ ਇਹ ਕੰਮ ਕੀਤੇ ਸਨ, ਆਪੇ ਜਾ ਕੇ ਕੰਮ ਕਰੇ। ਅੱਛਾ ਅੰਕਲ ਜੀ, ਜਿਹੜੇ ਤੁਹਾਡੇ ਮੁਹੱਲੇ ਦੇ ਵਿੱਚ ਹਿੰਦੂ ਸਿੱਖ ਰਹਿੰਦੇ ਸਨ, ਸ਼ਾਹ ਸਈਦਾਂ, ਤੇ ਇਹ ਕਿਸ ਤਰ੍ਹਾਂ ਫਿਰ ਗਏ? ਤੇ ਕਿੰਨੇ ਦਿਨ ਪਹਿਲਾਂ ਪਤਾ ਲੱਗ ਗਿਆ ਸੀ ਵੀ ਇਹ ਸਾਡਾ ਦੇਸ਼ ਨਹੀਂ, ਇਹ ਸਾਨੂੰ ਛੱਡਣਾ ਪੈਣਾ? ਕਿੰਨੇ ਦਿਨ ਪਹਿਲਾਂ ਪਤਾ ਚੱਲ ਗਿਆ? ਉਹਦੇ 'ਚ ਇਹ ਗੱਲ ਹੋਈ ਸੀ ਕਿ ਅਸਾਂ ਇਹ ਜਿਹੜਾ ਮਕਾਨ ਖਰੀਦਿਆ ਸੀ ਨਾ, ਉਹ ਸਾਨੂੰ ਮੌਕਾ ਹੀ ਨਹੀਂ ਮਿਲਿਆ। ਬਚਪਨ ਦੀ ਹੱਦ ਤੱਕ ਅਸੀਂ ਖੇਡਦੇ ਰਹੇ ਉੱਥੇ। ਜਿਵੇਂ ਤੋਂ ਸ਼ਿਫਟ ਕੀਤਾ ਨਾ ਅਸਾਂ ਘਰ, ਉਦੋਂ ਅਸੀਂ 47 ਤੋਂ ਪਹਿਲਾਂ ਹੀ ਅਸੀਂ ਸ਼ਿਫਟ ਹੋ ਗਏ, ਇਸ ਘਰ 'ਚ ਆ ਗਏ। ਜਿਸਲੇ ਆਇਆ ਤੇ ਯਕੀਨ ਜਾਣੀ 10-12 ਦਿਨ ਦੇ ਬਾਅਦ ਰੌਲਾ ਪੈ ਗਿਆ, ਇਹ ਪੱਟ ਲਈ, ਅਸੀਂ ਕੋਠੇ ਚੜ੍ਹ ਗਏ, ਮਹੱਲਾ ਹੀ ਛੱਡ ਦੇਣ ਲਈ ਕਰ। ਉਹ ਸਭ ਮਕਾਨ 2700 ਦਾ ਵੇਚਿਆ ਸੀ, ਉਹਦਾ ਡਬਲ ਸਟੋਰੀ ਫਰਕ ਤੇ ਲੋਹੇ ਦਾ ਕਾਰੋਬਾਰ ਸੀ ਵਾਲਾ ਸਾਹਿਬ। ਤੋ ਇਸ ਤਰ੍ਹਾਂ ਅਸੀਂ ਉੱਥੋਂ ਸ਼ਿਫਟ ਹੋਏ ਸਹੀ। ਤੇ ਬਚਪਨ ਦੀ ਹੱਦ ਤੱਕ ਸਹੀ, ਉਹਨੂੰ ਯਕੀਨ ਜਾਣਿਓ ਤੁਹਾਡੇ ਵਾਲੀ ਗੱਲ ਸਹੀ। ਹੁਣ ਦੀ ਤਾਲੀਮ ਤੇ ਉਦੋਂ ਤਾਲੀਮ 'ਚ ਬੜੀ ਜ਼ਮੀਨ ਅਸਮਾਨ ਦਾ ਫਰਕ। ਬਿਲਕੁਲ ਤੇ ਬੱਚੇ ਨੂੰ ਅੱਲਾ ਜਾਣਦਾ। ਮੁੰਡੇ ਜੀ ਮੁੰਡੇ ਆਸਟ੍ਰੇਲੀਆ ਤੋਂ ਮੁੰਡੇ ਨੇ ਮੋਬਾਈਲ ਭੇਜਦਾ, ਮੈਨੂੰ ਵਕਤ ਪੈ ਗਿਆ ਨਾ। ਮੇਰਾ ਬਨਾਰਮਲ ਦੋਤਰਾ ਮੇਰਾ 14 ਸਾਲ ਦਾ ਹੋ ਗਿਆ ਬਨਾਰਮਲ, ਉਹ ਸਾਰਾ ਕੁਝ ਕੱਟ ਲੈਂਦਾ, ਮੈਨੂੰ ਜਾਂਚ ਨਹੀਂ ਪਾਉਂਦਾ। ਉਹ ਤਾਂ ਮੁੰਡਾ ਮੇਰਾ ਵੱਡਾ ਨੂੰ ਲੰਡਨ ਨੂੰ ਆਇਆ ਤੇ ਇਹਨੂੰ ਕਹਿੰਦਾ, ਉਹ 2-3 ਸਬਕ ਸਿਖਾਉਂਦਾ, ਉਹ ਫਿਰ ਉਹ ਦੇਖਣਾ ਮੈਨੂੰ ਜਾਂਚ ਨਹੀਂ ਹੋ ਜੀ ਨਹੀਂ ਕੰਮ ਨਿੱਕੇ ਬੱਚਿਆਂ ਨੂੰ ਸਾਰਾ ਪਤਾ ਮਾਰ। ਟੈਕਨੋਲੋਜੀ ਦਾ ਦੌਰ, ਬੱਚੇ ਫਾਸਟ ਹੈ, ਬਹੁਤ ਫਾਰਵਰਡ ਹੋ ਗਿਆ। ਬਹੁਤ ਫਾਰਵਰਡ ਹੋ ਗਿਆ ਜੀ। ਅੱਛਾ ਅੰਕਲ ਜੀ, ਉਹ ਤੁਹਾਡੇ ਜਿਹੜੇ ਮੁਹੱਲੇ ਦੇ ਸਨ, ਇਹਨਾਂ ਦਾ ਕਿਤੇ ਕੈਂਪ ਲੱਗਾ ਸੀ ਜਾਂ ਇਕੱਲੇ ਇੱਥੋਂ ਫਿਰ ਨਿਕਲਦੇ ਗਏ ਨੇ ਸਰ? ਤੁਹਾਨੂੰ ਦੱਸਿਆ ਜੀ ਇੱਕ ਤਰੀਕਾ ਹੀ ਆ ਗਿਆ ਨਾਲ ਦੇ ਮਜ਼ਾਨ ਗੱਲ ਜੀ। ਚੱਲ ਭਾਈ ਕੈਂਪ ਲੱਗੇ ਨਹੀਂ ਹਿੰਦੂ ਦਾ ਇੱਥੇ ਕਿਤੇ। ਕੋਈ ਬੰਦਾ ਐਸਾ ਜਿਹੜਾ ਤੁਹਾਡੀ ਨਜ਼ਰਾਂ ਦੇ ਸਾਹਮਣੇ ਉਹਨੂੰ ਇੱਥੇ ਕਤਲ ਕੀਤਾ ਗਿਆ ਹੋਏ, ਹਿੰਦੂ ਹੋਏ ਚਾਹੇ ਸਿੱਖ ਹੋਏ? ਨਹੀਂ, ਉਹ ਨਾਂ ਦਾ ਨਹੀਂ ਬੇਟਾ ਪਤਾ ਮੈਨੂੰ। ਮੈਂ ਵੀ ਆਖਾਂ ਨਾਂ ਦਾ ਪਤਾ ਇੱਕ ਅਜਨਬੀ ਬੰਦਾ ਸੀ, ਛੱਤ ਚੜ੍ਹ ਕੇ ਡਰਦੇ ਮਾਰੇ। ਉੱਤੋਂ ਫਿਰ ਸਾਰੇ ਨਕਸ਼ੇ ਬੰਨੇ ਅੱਗਾਂ ਲੱਗੀ ਦੀਆਂ ਇਹਨਾਂ ਨੇ ਮਿਲਾਂ ਦੇ ਵਿੱਚ। ਤਹਿਸੀਲਦਾਰ ਦੇ ਸਾਹਮਣੇ, ਸਰਦਾਰ ਪੀਰ ਦੇ ਸਾਹਮਣੇ ਮਿਲ ਹੁੰਦੀ ਸੀ ਚੌਲਾਂ ਦੀ। ਇੱਥੇ ਸੇਵਰ ਮੈਂ ਕੋਈ ਦਫਾ ਗਿਆ, ਮੈਂ ਦੌੜਦਾ, ਮੈਂ ਵੀ ਜਾ ਕੇ ਵੇਖਾਂ। ਉਦੋਂ ਕਣਕਾਂ ਲੁੱਟਦੇ ਨੇ, ਗੋਦਾਮ ਇਹਨਾਂ ਦੇ ਹਿੰਦੂਆਂ ਦੇ ਸਾਰਿਆਂ ਦੇ, ਚੀਨੀ ਕਣਕ ਇਹ ਚੀਜ਼ਾਂ ਲੁੱਟ ਕੇ ਲਿਆਉਂਦੇ ਸਨ। ਉਹ ਮੈਂ ਵੀ ਉਹਨਾਂ ਦਿਨਾਂ 'ਚ ਗਿਆ ਤਾਂ ਇਹਨਾਂ ਨਾਲ ਮੈਂ ਕਣਕ ਦੇ ਵਿੱਚ ਖੁੱਬ ਗਿਆ ਪੀਲੀ। ਬਾਅਦ 'ਚ ਕਿ ਫਾਇਰਿੰਗ ਕੀਤੀ ਉਹ ਪੁਲਿਸ ਵਾਲਿਆਂ ਨੇ,
ਬੇਟੀ ਉਸ ਲਈ ਹੁਸ਼ਿਆਰ ਸੀ ਜੀ। ਤੇ ਉਹ ਫਿਰ ਸਾਰੇ ਅਸੀਂ ਨਸ ਕੇ ਉੱਥੋਂ ਆਏ ਤੇ ਇਹ ਸਾਰੇ ਫਿਰ ਇਹਨਾਂ ਦੇ ਜਿੰਨੇ ਵੀ ਫੈਕਟਰੀਆਂ ਸਨ ਕਾਰਖਾਨੇ ਸਨ ਉਹਨਾਂ ਨੂੰ ਅੱਗਾਂ ਲਾ ਦਿੱਤੀਆਂ ਲੋਕਾਂ ਨੇ, ਮਕਾਨਾਂ ਨੂੰ ਫੈਕਟਰੀਆਂ ਨੂੰ ਅੱਗ ਲਾ ਦਿੱਤੀ। ਉਹ ਫਿਰ ਧੂੰਆਂ ਉੱਠ ਕੇ ਨਾ ਉੱਥੋਂ ਪਤਾ ਲੱਗਦਾ ਸੀ ਕਿ ਅੱਗਾਂ ਲੱਗੀ ਸ਼ਹਿਰ ਦੇ ਵਿੱਚ। ਤੇ ਫਿਰ ਉੱਥੋਂ ਪਤਾ ਲੱਗਾ ਕਿ ਗੜਬੜ ਪੈ ਗਈ ਪਾਕਿਸਤਾਨ। ਉਹ ਵਕਤ ਜਿਹੜਾ ਐਸਾ ਸੀ, ਫਿਰ ਸੜਕਾਂ ਤੋਂ ਸਨਾਟਾ ਹੁੰਦਾ ਸੀ, ਬਿਲਕੁਲ ਸਨਾਟਾ ਹੁੰਦਾ ਸੀ। ਤੇ ਉਹ ਜਿਹੜਾ ਉਹਨਾਂ ਦਾ ਸਮਾਨ ਸੀ ਉਹ ਸਾਰਾ ਕੁਝ ਛੱਡ ਛਡਾ ਗਿਆ ਕਿ ਜਾਂ ਨਾਲ ਛੱਡ ਲੈ ਗਏ? ਛਡਾ ਕੇ ਸਭ ਕੁਝ ਛੱਡ ਛਡਾ ਛੱਡ ਗਿਆ। ਕੇ ਨਾ ਸਾਡੇ ਨੇ ਉੱਧਰੋਂ ਕੁਛ ਲਿਆਂਦਾ ਤੇ ਨਾ ਇਹਨਾਂ ਨੇ ਕੁਛ ਕਰਿਆ। ਤੇ ਬਾਅਦ ਚ ਆਏ ਨੇ ਨਾ, ਬਾਅਦ ਅੱਛਾ। ਪ੍ਰੀ ਪਾਰਟੀਸ਼ਨ ਬਾਅਦ ਜਿਹੜੇ ਨੇ ਵੀਜ਼ੇ ਲੱਗੇ ਨੇ ਕੋਈ 10-12 ਸਾਲ ਬਾਅਦ ਆਏ ਨੇ। ਫਿਰ ਇਹਨਾਂ ਦਾ ਅਕਸਰ ਆਦਤ ਹੁੰਦੀ ਸੀ ਹਿੰਦੂਆਂ ਸਿੱਖਾਂ ਦੀ, ਉਦੋਂ ਬੈਂਕ 'ਚ ਪੈਸਾ ਨਹੀਂ ਸੱਟ ਰੱਖਦੇ, ਇਹ ਸਾਰੇ ਆਪਣੇ ਘਰਾਂ 'ਚ ਦੀਵਾਰਾਂ ਦੇ ਵਿੱਚ ਜਾਂ ਜ਼ਮੀਨਾਂ 'ਚ ਖੋਦ ਕੇ ਨਾ ਉੱਥੇ ਪੈਸੇ ਦਫਨਾ ਛੱਡਦੇ ਹੁੰਦੇ। ਉਹਦੇ 'ਚ ਇਹ ਵੀ ਸੁਣਨ 'ਚ ਆਇਆ ਕਿ ਸਰਾਏ ਭਾਪੜਿਆਂ 'ਚ ਕਈ ਮੁਸਲਮਾਨ ਜਿਹੜੇ ਮਹਾਜਰ ਉਦੋਂ ਆਏ ਸੀ ਉਹਨਾਂ ਨੂੰ ਟਰਾਂਸਫਰ ਹੋ ਗਿਆ ਤੇ ਮਕਾਨ ਟਰਾਂਸਫਰ ਹੋਏ ਹਿੰਦੂਆਂ ਦੇ। ਉਹਨਾਂ ਖੁਦਾਈ ਦੇ ਵਿੱਚ ਵੇਖਿਆ ਤਾਂ ਕਿੰਨੇ ਉਦੋਂ ਖਜ਼ਾਨੇ ਨਿਕਲੇ ਸਨ, ਲੋਕ ਪੈਸੇ ਲੱਭੇ। ਬਿਲਕੁਲ ਠੀਕ ਹੈ। ਸੋਨਾ ਨਿਕਲਿਆ, ਕਰੰਸੀ ਮਿਲੀ ਉਹਨਾਂ ਨੂੰ, ਕਿੰਨੀ ਨਹੀਂ ਮਿਲੀ ਸੀ ਸਰਾਏ ਭਾਪੜਿਆਂ ਦੇ ਵਿੱਚ। ਬਿਲਕੁਲ ਇੰਝ ਦੀ ਗੱਲ ਹੈ, ਇੰਝ ਦੱਬ ਗਏ ਸਨ ਉਹ ਦੀਵਾਰਾਂ ਦੇ ਵਿੱਚ। ਉਹ ਅਕਸਰ ਕਦੀ ਵੀ ਉਹ ਬੈਂਕ 'ਚ ਨਹੀਂ ਸਨ ਰੱਖਦੇ, ਚੰਗਾ ਕੱਪੜਾ ਨਹੀਂ ਸਨ ਪਾਉਂਦੇ ਤੇ ਨਜ਼ਰ ਲੱਗ ਜਾਏ ਸਨ। ਇਸ ਤਰ੍ਹਾਂ ਦੇ ਉਹ ਦਿਨ ਹੁੰਦੇ ਸਨ। ਤੇ ਇਹਨਾਂ ਦੀ ਅਕਸਰ ਆਦਤ ਹੁੰਦੀ ਸੀ ਜ਼ਮੀਨ ਪੁੱਟ ਕੇ ਉਹਦੇ 'ਚ ਪੈਸੇ ਦਫਨਾਉਣੇ ਜਾਂ ਦੀਵਾਰ ਦੇ ਵਿੱਚ ਛੱਡ ਛੱਡਦੇ। ਠੀਕ ਇਹ ਮਾਂ ਪੁੱਤ ਹੁੰਦੇ ਤੇ ਉਹਨਾਂ ਨੂੰ ਉਹਦੀ ਫਾਇਦਾ ਹੋਇਆ। ਜਿਹੜੇ ਮੁਸਲਮਾਨ ਸਾਡੇ ਉਧਰ ਮਾਜਰਾ ਹੈ ਨਾ, ਉਹਨਾਂ ਨੂੰ ਅਲਾਟਮੈਂਟਾਂ ਹੋਈਆਂ ਨੇ ਮਕਾਨਾਂ ਦੀਆਂ ਦੂਰੀਆਂ, ਤੇ ਉਹਨਾਂ ਨੂੰ ਕਈਆਂ ਨੂੰ ਵਿਚਾਰਿਆਂ ਨੂੰ ਖੁਦਾਨੇ ਲੱਭੇ ਸਨ। ਅੱਛਾ, ਤੁਸੀਂ ਇੱਕ ਵਾਕਿਆ ਸੁਣਾ ਰਹੇ ਸੋ ਟਾਂਗੇ ਵਾਲਾ, ਜਿਹੜਾ ਬੱਚੇ ਨੂੰ ਮਾਂ ਦੇ ਸਾਹਮਣੇ ਸਟੇਸ਼ਨ ਤੇ, ਉਹ ਜ਼ਰਾ ਸੁਣਾਓ ਜ਼ਰਾ। ਹਾਂ, ਉਹ ਅਸੀਂ ਛਾਤੇ ਖਲੋਤੇ ਦੇ ਆ ਤੇ ਇੱਥੋਂ ਇੱਕ ਟਾਂਗਾ ਗਿਆ ਮਾਂ ਪੁੱਤਰ ਦਾ, ਤੇ ਉਹ ਟਾਂਗੇ ਵਾਲਾ ਕੋਚ ਵੱਲ ਭੱਜ ਨੰਬਰ ਸੀ ਅਸੀਂ ਜਾਂਦੇ ਜੀ। ਉਹ ਦੋਵੇਂ ਮਾਂ ਪੁੱਤਰ ਅੱਗੇ ਬੈਠੇ ਸਨ ਫਰੰਟ ਦੇ ਉੱਤੇ ਟਾਂਗੇ ਦੇ ਉੱਤੇ। ਜਿਸਲੇ ਪੁਲ ਦੇ ਉੱਤੇ ਗਏ ਨੇ ਉਧਰੋਂ ਇੱਕ ਮੁੰਡਾ ਆਇਆ, ਜਵਾਨ ਜਿਹਾ ਆਇਆ, ਜਿਹਦਾ ਮੈਂ ਨਾਂ ਤੁਹਾਨੂੰ ਬਾਅਦ 'ਚ ਦੱਸਿਆ, ਤੁਹਾਨੂੰ ਪਹਿਲੇ ਵੀ ਦੱਸਿਆ। ਉਹ ਆਇਆ, ਉਹਨੇ ਫੜ ਕੇ ਉਹਨੂੰ ਫੜ ਕੇ ਸਿੱਖ ਨੂੰ ਥੱਲੇ ਲਾਉਣਾ ਸ਼ੁਰੂ ਕਰ ਦਿੱਤਾ। ਉਹਦੀ ਮਾਂ ਧਰਨੇ ਲਾਪੀ ਲੈਣ ਸਾਡੇ ਸਾਹਮਣੇ, ਜਦ ਕਿ ਕੋਈ ਹਲਕਤ ਨਹੀਂ ਸੀ ਹੁੰਦੀ। ਉਹ ਟਾਂਗਾ ਬੇਨੇ ਤੇ ਅਸੀਂ ਬਹਿ ਨਹੀਂ ਸਕਦੇ, ਨੇੜੇ ਨਜ਼ਦੀਕ ਸੀ। ਉਹਨੇ ਬੜੇ ਤਰਲੇ ਲਏ, ਮੈਂ ਪੁੱਤਰਾ ਹੱਥ ਜੋੜੇ ਤੇ ਮੇਰੇ ਪੁੱਤਰ ਨੂੰ ਕੁਛ ਨਾ ਕਹੀ। ਉਹਨੇ ਫੜ ਕੇ ਗਲਮਿਓ ਫੜ ਕੇ ਥੱਲੇ ਪਾਇਦਾਨ ਛੁੱਟਿਆ ਮੁੰਡੇ ਨੂੰ, ਸੁੱਟਦਿਆਂ ਸਾਰੀਆਂ ਉਹਦੇ ਛੁਰੀਆਂ ਮਾਰਦੀ ਤੇ ਪੇਟ ਦੇ ਵਿੱਚ ਉਹ ਚਾਰਾ ਤੜਫਣ ਲੱਗ ਪਿਆ। ਉਹ ਤੜਫਦਾ ਵੇਖ ਉਹਦੀ ਮਾਂ ਵੀ, ਅਸੀਂ ਬੜੇ ਹੈਰਾਨ ਆ ਕਿ ਮਾਂ ਵੀ ਕੋਈ 10 ਮਿੰਟ ਖਲੋਤੀ ਉੱਥੇ ਟਾਂਗੇ ਤੇ ਬੈਠੀ, ਕਿਉਂਕਿ ਉਹਨੂੰ ਕੋਲ ਪੈਸਾ ਸੀ ਉਸ ਹਿੰਦੂਆਂ ਕੋਲ, ਪਤਾ ਨਹੀਂ ਕਿੰਨੇ ਪੈਸੇ ਲਾਏ ਨੇ ਟਾਂਗੇ ਲਈ, ਮੈਂ ਸਾਨੂੰ ਨਹੀਂ ਇਸ ਗੱਲ ਦਾ ਪਤਾ। ਉਹ ਟਾਂਗੇ ਤੇ ਬਹਿ ਕੇ ਰੋਂਦੀ ਰਹੀ ਹੈ, ਪਿੱਟਦੀ ਰਹੀ ਹੈ। ਉਹ ਨਾਲ ਕਿਲੇ ਲਿਜਾ ਸਕਦੀ ਸੀ ਉਹਨੂੰ, ਨਾ ਕਿਲੇ ਕਰ ਸਕਦੀ, ਉਹ ਵਿਚਾਰੀ ਟਾਂਗੇ ਤੇ ਬਹਿ ਕੇ ਟੁੱਟ ਗਈ ਹੈ। ਬਾਅਦ 'ਚ ਉੱਥੇ ਸਿੱਖ ਵੇਖਿਆ ਤਰਸ ਕਰਕੇ ਅਸੀਂ ਕੁੱਟਦੇ ਬਹਿਨੇ ਮਰ ਗਿਆ ਵਿਚਾਰਾ ਉੱਥੇ ਮਰ। ਬਾਅਦ 'ਚ ਇਹਨਾਂ ਨੇ ਕਮੇਟੀ ਵਾਲੇ ਕਾਰਪੋਰੇਸ਼ਨ ਪਤਾ ਨਹੀਂ ਕਿਹੜਾ ਮੈਂ ਕਮਾਇਆ ਨੇ, ਉਹਨਾਂ ਲੱਕੜਾਂ ਸੁੱਟ ਕੇ ਉੱਥੇ ਬੈਠ ਕੇ ਅੱਗ ਲਾ ਦਿੱਤੀ ਸੀ। ਪਹਿਲਾ ਜਿਹੜਾ ਸਿੱਖ ਹੋਇਆ ਸੀ ਇਹ ਬਾਗ ਵਾਲੀ ਗਲੀ ਦੇ ਕੋਨੇ ਤੇ ਹੋਇਆ ਸੀ, ਜਿਹਦੀ ਇਬਤਦਾ ਹੋਈ ਸੀ ਪ੍ਰੀਪਰੇਸ਼ਨ ਤੋਂ ਪਹਿਲਾਂ। ਵੱਡਾ ਟੁਕੜੀ ਦਾ ਹੋਈ ਸੀ ਨਾ ਪਾਕਿਸਤਾਨ ਸਿਆਲਕੋਟ ਦੇ ਵਿੱਚ, ਪਹਿਲਾ ਸਿੱਖ ਇੱਥੇ ਮਾਰਿਆ ਸੀ ਬਾਗ ਵਾਲੀ ਗਲੀ ਦੇ ਕੋਨੇ। ਇਹ ਤੋਂ ਫਿਰ ਸ਼ੁਰੂ ਹੋ ਗਿਆ ਸੀ ਕੰਮ। ਜਿਹੜਾ ਟਾਂਗੇ ਵਾਲਾ ਸੀ ਜੀ, ਕਿੰਨੀ ਕੁ ਉਮਰ ਸੀ ਅੰਦਾਜ਼ਨ? ਬੱਚਾ ਸੀ ਜਾਂ ਥੋੜਾ ਸਿਆਣਾ ਸੀ? ਜੋ ਬੁੱਢਾ, ਹਾਂਜੀ, ਉਹ ਬੁੱਢਾ ਪੁੱਤਰੀ 35 ਸਾਲ ਦਾ ਸੀ। 30-35 ਸਾਲ ਦਾ ਉਹਨਾਂ ਨੇ ਮਾਰ ਲਿਆ। ਉਹ ਮਾਂ ਉਹਦੀ ਜ਼ਈਫ ਸੀ। ਔਰ ਜਿੰਨੇ ਮਾਰਿਆ ਉਹਨੇ ਕੀ ਕਿਹਾ, ਮੈਂ ਅੱਗੇ ਵੀ ਸਿੱਖ ਤਿੰਨ ਕੱਢੇ ਉਹਦਾ ਵੱਡੇ ਨੇ? ਅਸ਼ਰਫ ਨਾਂ ਸੀ। ਉਹ ਸਾਡੀ ਦੂਰੋਪੁਰ ਚਾਚੀ ਦਾ ਪੁੱਤਰੀਆ, ਪਤਾ ਨਹੀਂ ਕੀ ਲੱਗਦਾ ਸੀ। ਉਹ ਬਾਅਦ 'ਚ ਪਤਾ ਲੱਗਾ, ਉਹ ਸਾਡੇ ਸਾਹਮਣੇ ਛੁਰੀ ਇੱਥੇ ਟੰਗੀ ਹੈ। ਫਿਰ ਸਾਰਾ ਗਿਆ ਹੁਣ ਨਾਲੇ ਵਾਲ ਕੇ ਮੰਡੀ ਵਾਲੇ ਪਾਸੇ ਚਲਾ ਗਿਆ। ਤੇ ਉਹ ਇਸ ਤਰ੍ਹਾਂ ਹੀ ਫਿਰਦੇ ਸਨ, ਇਸ ਤਰ੍ਹਾਂ ਜਿਹੜੇ ਬੰਦੇ ਸਨ ਜਿਹਨਾਂ ਨੂੰ ਜਨੂੰਨ ਆ ਸੀ, ਛੁਰੀਆਂ ਖੁੰਝਰ ਲੈ ਕੇ ਫਿਰ ਜਿੱਥੇ ਕੋਈ ਵਹਿੰਦੇ ਨਹੀਂ ਮੁਸਲਮਾਨ ਮਾਰ ਛੱਡਦੇ ਸੀ। ਫਿਰ ਉਸ ਤੋਂ ਬਾਅਦ ਉਹ ਹਿੰਦੂਆਂ ਨੇ ਉਹੀ ਕਿਹਾ ਕਿ ਤਾਂ ਪੈਸਾ ਇਸਤੇਮਾਲ ਕਰੋ ਇੱਥੇ। ਮੈਂ ਤੁਹਾਨੂੰ ਦੱਸਿਆ ਉਹ ਪੈਸਾ ਇਸਤੇਮਾਲ ਕੀਤਾ, ਉਹਦੇ ਵਿੱਚ ਬਚ ਕੇ ਵੀ ਜਾਣਾ ਸ਼ੁਰੂ ਕਰ ਸਕਦਾ। ਉਸ ਤੋਂ ਬਾਅਦ ਇੱਕ ਟ੍ਰੇਨ ਆਈ ਸੀ ਪਿੱਛੋਂ ਵਜ਼ੀਰਾਬਾਦ ਤੋਂ ਭਰੀ ਜੀ, ਇੱਥੇ ਬੜਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਉਹਦੇ ਨਾਲ ਪੁਲਿਸ ਸੀ ਨਾ, ਉਹਨੇ ਬਚਾ ਲਈ ਸੀ। ਉਹ ਬਚ ਕੇ ਟ੍ਰੇਨ ਟੁਰ ਗਈ ਸੀ, ਜੰਮੂ ਟੁਰ ਗਈ ਸੀ। ਇੱਧਰੋਂ ਵਜ਼ੀਰਾਬਾਦ ਤੋਂ ਆਈ ਸੀ, ਰਾਤ ਦਾ ਟਾਈਮ ਸੀ। ਅਸੀਂ ਕੋਟ ਚੱਕ ਕੇ ਬਹਿੰਦੇ ਆਪੇ, ਛੱਤ ਵੀ ਭਰੇ ਦੇ ਨਹੀਂ ਸਿੱਖਾਂ ਨਾਲ, ਤੇ ਗੱਡੀ ਵੀ ਭਰੀ ਸੀ। ਮੁਸਲਮਾਨ ਨੇ ਬੜੇ ਹਮਲੇ ਕੀਤੇ ਨੇ ਰਸਤੇ 'ਚ ਆਉਣ ਦਾ, ਲੇਕਿਨ ਉਹ ਜਿਹੜੀ ਨਾਲ ਸਕਿਉਰਟੀ ਸੀ ਨਾ, ਮਿਲਟਰੀ ਦੀ ਸ਼ਕਲ 'ਚ ਜਾਂ ਪੁਲਿਸ ਦੀ ਸ਼ਕਲ 'ਚ, ਉਹਨਾਂ ਫਾਇਰਿੰਗ ਸ਼ੁਰੂ ਕੀਤੀ ਹੈ ਅਤੇ ਗੱਡੇ ਕੋਲ ਉਹ ਬੰਦੇ ਨੱਸ ਨੁੱਸ ਕੇ ਨੇ। ਉਹ ਗੱਡੀ ਸਹੀ ਸਲਾਮਤ ਦੇ ਦਿਓ ਸਿੱਖਾਂ ਦੀ ਪਰਿਪਰਿਸ਼ਦ ਦੀ ਜੰਮੂ ਤੋਂ ਬੱਲੇ ਜੀ ਬੱਲੇ ਚੱਲੀ ਗਈ ਸੀ। ਸਾਡੀ ਸਿਕਿਉਰਿਟੀ ਨੂੰ ਸਲਾਮ ਜਿੰਨੇ ਇੱਕ ਵੀ ਬੰਦੇ ਨੂੰ ਆਂਚ ਨਹੀਂ ਆਉਂਦੀ ਸੀ। ਹਾਂਜੀ, ਸਕਿਉਰਟੀ ਜਿਹੜੀ ਉਧਰੋਂ ਗੱਡੀ ਆਈ ਸੀ ਉਹ ਸਾਰੀ ਵੱਡੀ ਆਈ ਸੀ। ਸਰ ਵੱਡੀ ਆਈ, 17 ਟਰੱਕ 13 ਟਰੱਕ ਆਏ ਨੇ, ਇੱਕ ਨਹੀਂ ਬਚ ਕੇ ਆਇਆ, ਇੱਕ ਨਹੀਂ ਬਚ ਕੇ।
ਉਹ ਸਾਡੀ ਮਾਈ ਬਚ ਕੇ ਆਈ ਹੈ ਜਾਂ ਜਿੰਨਾ ਜੋਨਾਂ ਨੇ ਛਾਲਾਂ ਉਹਦੇ ਅਬਦੁਲ ਬਾਰੀ ਸਾਡਾ ਫੁੱਫੜ ਹੁੰਦਾ ਸੀ ਕੋਈ, ਉਹਨੇ ਤਵੀ ਦੇ ਛਾਲ ਮਾਰ ਕੇ ਤੇ ਆਪਣੀ ਜਾਨ ਨੂੰ ਬਚਾਇਆ ਸੀ, ਉਹ ਬਚ ਗਿਆ ਸੀ। ਉਹ ਵੀ ਆ ਗਏ ਸਨ? ਉਹ ਵੀ ਆ ਗਿਆ ਕੀ ਸੀ। ਨਾਂ ਸੀ ਫੁੱਫੜ ਜੀ ਦਾ? ਅਬਦੁਲ ਬਾਰੀ। ਅਬਦੁਲ ਇੱਥੇ ਅਬਦੁਲ ਬਾਰੀ ਪਟਵਾਰੀ ਇੱਥੇ ਆਣ ਕੇ ਉਹ ਕਿੰਨਾ ਚਿਰ ਜਿੰਦਾ ਰਹੇ ਨੇ, ਉਹਨਾਂ ਦੇ ਬੱਚੇ 7-8 ਬੱਚੇ ਹਨ ਉਹਨਾਂ ਦੇ, ਇੱਥੇ ਆਣ ਕੇ ਜਿੰਦਾ ਰਹੇ। ਉਹ ਉੱਥੋਂ ਬਚ ਕੇ ਆਇਆ ਤੇ ਕਹਿੰਦੇ ਨੇ ਇੱਕ ਵਾਰੀ ਮੈਂ ਉੱਥੋਂ ਬਚ ਕੇ ਸਿੱਧੇ ਆਇਆ ਵਾਂ ਤੇ ਉਸ ਤੋਂ ਬਾਅਦ ਮੈਂ ਇੱਕ ਪੁਲੀ ਦੇ ਥੱਲੇ ਛੁਪਿਆ ਦਾ। ਬਸ ਇਹ ਹਿੰਦੂਆਂ 'ਚ ਵੀ ਕੌਮ ਵਾਲੇ ਬੰਦੇ ਹੁੰਦੇ ਨੇ। ਕਹਿੰਦੇ ਇੱਕ ਸਿੱਖ ਪਿਆ ਬੁੱਢਾ ਪੈ ਜਾਏ, ਉਹਨੇ ਮੁੰਡੇ ਤੋਂ ਆਵਾਜ਼ ਮਾਰੀ, ਉਹ ਪੁੱਤਰਾ ਜ਼ਰਾ ਹੋਰ ਪਿੱਛੇ ਹੋ ਜਾ, ਇੱਥੋਂ ਨਜ਼ਰ ਪਿਆਉਣਾ ਤੂੰ। ਮੈਂ ਛੁਪ ਕੇ ਬੈਠਾ ਸੀ। ਜਿਹੜੀ ਰਾਤ ਫਿਰ ਮੈਂ ਟੁਰਨਾ ਸ਼ੁਰੂ ਕੀਤਾ ਤੇ ਡਾਲੋ ਵਾਲੀ ਆਣ ਕੇ ਬਾਰਡਰ ਕਰਾਸ ਕੀਤਾ। ਫਿਰ ਇੱਥੇ ਇੱਕ ਮੇਰਾ ਚਾਚੇ ਦਾ ਪੁੱਤਰ ਸੀ ਜਿਹੜੇ ਸ਼ਹੀਦ ਹੋਏ ਸਨ, ਉਹਨਾਂ ਦੇ ਇੱਕ ਮੁੰਡਾ ਸੀ ਮਨੀਰ ਜੀ। ਮਨੀਰ ਤੇ ਬਸ਼ੀਰ ਪਹਿਲੋਂ ਦਾ ਆ ਗਿਆ ਸੀ, ਮਨੀਰ ਬਾਅਦ 'ਚ ਆਇਆ ਸੀ। ਉਹ ਕੋਈ 4 ਦਿਨ ਦੇ ਬਾਅਦ ਪ੍ਰੀ ਪਾਸ਼ਾ ਦੇ 4 ਦਿਨ ਦੇ ਬਾਅਦ ਸਾਡੇ ਘਰ 'ਚ ਆਇਆ ਸਵੇਰੇ 10 ਵਜੇ, ਕੱਪੜੇ ਪਾਟੇ ਦੇ ਤੇ ਪੈਰੋਂ ਲੱਗਾ ਤੇ ਇਹ ਉਸੇ ਸਾਰੇ ਦਾਦੀ ਸਨ ਖਲੋਗੇ। ਤੂੰ ਕੌਣ ਹੈ? ਪੁੱਛਿਆ ਕਿ ਕੌਣ? ਅੰਦਰ ਸਿੱਧਾ ਲਾ ਗਏ। ਕਹਿੰਦਾ ਤਾਈ ਜੀ ਮੈਂ ਮਨੀਰ ਆ, ਜੰਮੂ ਮੈਂ ਆਇਆ। ਉਹ ਘਰ ਰੋਣਾ ਪਿੱਟਣਾ ਪਿਆ ਕੇ ਉਹਨੂੰ ਪੁੱਛਿਆ ਭਾਣਾ ਤੂੰ ਕਿਸ ਤਰ੍ਹਾਂ ਆ ਗਈ? ਕਹਿੰਦਾ ਤਾਈ ਜੀ ਸਵੇਰੇ ਛੁਪ ਜਾਣਾ ਸਾਂ ਪੈਲੀਆਂ 'ਚ ਤੇ ਰਾਤੀ ਟੁਰ ਪੈਣਾ ਸਾਂ, ਤੇ ਮੈਨੂੰ ਪਤਾ ਸੀ ਇੱਥੇ ਜਿਹੜੇ ਸਟੇਸ਼ਨ 'ਤੇ ਆਵਾਂਗੇ ਨਾ, ਇੱਥੋਂ ਤੀਜੇ ਫੱਟ 'ਤੇ ਇੱਧਰ ਜਾਵਾਂਗੇ ਤੇ ਉੱਥੇ ਮੇਰੇ ਤਾਏ ਦਾ ਘਰ ਹੈ। ਮੈਂ ਕੋਈ ਅੱਬਾ ਹੀ ਨਾਲ ਆਇਆ ਸੀ, ਘਰ ਛੋਟਾ ਹੁੰਦੇ ਤੇ ਮੈਂ ਨਿਸ਼ਾਨੀ ਯਾਦ ਰੱਖੀ ਸੀ। ਯਕੀਨ ਜਾਣੀ ਉਹ ਤੀਜੇ ਫੱਟ 'ਤੇ ਟਰਨ ਕਰਕੇ ਉਹ ਮੁੰਡੇ ਨੇ ਚੱਕਿਆ, ਕੁਛ ਨੇ ਬੂਹਾ ਖੋਲ੍ਹਿਆ, ਸਿੱਧਾ ਅੰਦਰ ਆ ਕੇ ਖਲੋ ਗਿਆ। ਉਹ ਰੋਣਾ ਪਿੱਟਣਾ ਪੈ ਗਿਆ ਘਰ 'ਤੇ। ਉਹਨੂੰ ਆਇਆ ਤੋਂ ਆਇਆ ਜਾ ਕੇ ਬਾਅਦ 'ਚ ਉਹਨੇ ਸਾਈਕਲਾਂ ਦਾ ਕੰਮ ਸਿੱਖਿਆ, ਉਹਨੂੰ ਸਿਖਾਇਆ। ਉਹਨੇ ਗੁਜਰਾਂ ਵਾਲੇ ਬਾਬਾ ਪ੍ਰਾਪਤੀ ਬਣਾਈ ਹੈ ਜੀ। ਉੱਥੇ ਜਾ ਕੇ ਫਿਰ ਉਹਨੇ ਬਾਲ ਬੱਚਾ ਆਪਣਾ ਪਾਲਿਆ ਤੇ ਰਿਹਾ। ਪਿੱਛੇ ਜੇ ਵਿਚਾਰਾ ਪੁੱਤ ਉਹ ਬਚ ਗਿਆ ਐਸਾ ਜਿਹਾ, ਉਹ ਚਾਚੇ ਚਾਚਿਆਂ ਦੇ ਪੁੱਤਰ ਵਿੱਚੋਂ ਉਹ ਮਨੀਰ ਬਚ ਗਿਆ ਐਸਾ ਜਿਹਨੇ ਇੰਨਾ ਸਫ਼ਰ ਕੀਤਾ। ਰਾਤ ਨੂੰ ਵਿਚਾਰਾ ਟੁੱਟ ਪੈਂਦਾ ਸੀ ਤੇ ਦਿਨੇ ਛੁਪ ਜਾਂਦੀ ਪੈਲੀ। ਉਸਤਾਦਾਂ ਵਾਲੇ ਮਹੱਲੇ ਨੂੰ ਚੱਲ ਕੇ ਉਹ ਜਿਹੜੇ ਕਤਲ ਹੋਏ ਸਨ ਨਾ, ਉਹਨਾਂ ਵਿੱਚੋਂ ਉਹ ਮਨੀਰ ਵੀ ਬਚ ਗਿਆ ਐਸਾ। ਉਹ 3 ਦਿਨ ਬਾਅਦ ਪਹੁੰਚੇ, ਪੈਦਲ ਚ ਟੁੱਟਦਾ, ਜੰਮੂ ਪੈਦਲ ਟੁੱਟ ਵਿਚਾਰਾ। ਜਿਹੜੇ ਆਰਫ ਸਾਹਿਬ ਵੀ ਨਾਲ ਸਨ ਜਿਹੜੇ ਬਚ ਕੇ ਆਏ ਸਨ, ਉਹ ਹਲੇ ਹੈ ਨੇ ਮਾਸ਼ਾਅੱਲਾ? ਉਹ ਹੈ ਨੇ। ਉਹਨਾਂ ਅਗਲੇ ਨੇ ਬੇਟੇ ਦੀ ਸ਼ਾਦੀ ਕੀਤੀ ਤੇ ਸ਼ਾਦੀ ਤੇ ਬਤਾਓ ਕੀਤਾ ਸਾਨੂੰ, ਤੇ ਅਸੀਂ ਲਾਹੌਰ ਗਏ ਹਾਂ ਤੇ ਉਹਨੇ ਪੁੱਤਰ ਆਪਣੇ ਨੂੰ ਦੱਸਿਆ ਇਹ ਸਾਡੇ ਭਾਜੀ ਨਹੀਂ ਹੋਏ। ਜਦੋਂ ਅਸੀਂ ਜੰਮੂ ਆਏ ਸਨ, ਮੈਂ ਤੇ ਮੇਰੀ ਦਾਦੀ ਇਹਨਾਂ ਰਿਸੀਵ ਕੀਤਾ ਸੀ ਮੁਸਲਮਾਨ ਚ ਆ ਕੇ। ਮੈਂ ਨਿਕਲ ਜਿਹਾ ਹੁੰਦਾ ਸੀ, ਐ ਨਹੀਂ ਭਾਜੀ ਜਿੰਨਾ ਸਾਨੂੰ ਸੀ। ਉਹਨੇ ਯਾਦ ਕਰਾਇਆ ਆਪਣੇ ਪੁੱਤਰ ਨੂੰ ਉਹ ਪੁਰਾਣਾ ਵਾਕਿਆ ਕਿ ਮੈਂ ਤੇ ਮੇਰੀ ਦਾਦੀ ਸਭ ਬੱਚੇ ਸਭ ਜੰਮੂ ਚ ਆਏ ਸਾਂ ਤੇ ਮੈਨੂੰ ਸਾਨੂੰ ਟਾਂਗੇ ਤੇ ਲੈਣ ਸਾਡਾ ਭਾਜੀ ਲੈ ਕੇ ਦਿਖਾ ਰਿਹਾ ਸੀ। ਇੰਨੀ ਯਾਦਾਸ਼ਤ ਰੱਖੀ ਉਹਨੇ। ਚਲੋ ਇਨਸ਼ਾਅੱਲਾ ਕਦੀ ਮੁਲਾਕਾਤ ਮਾਸ਼ਾਅੱਲਾ ਉੱਥੇ ਲਾਹੌਰ ਰਹਿੰਦਾ ਅੱਜ ਕੱਲ੍ਹ ਬੱਚੇ ਨੇ ਮਾਸ਼ਾਅੱਲਾ ਕੀ ਕਾਰੋਬਾਰ ਤੇ ਆਉਂਦੇ ਨੇ ਸਿਆਲਕੋਟ ਤੁਹਾਡੇ ਕੋਲ ਇੱਥੇ ਕਦੀ ਕੋ ਮਰਨਾ ਖੁਸ਼ੀ। ਚਲੋ ਇਨਸ਼ਾਅੱਲਾ ਜੀ ਦੁਆਨਗੇ ਤੇ ਅਸੀਂ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਾਂਗੇ ਜੀ। ਉਹ ਬੜੇ ਵੱਡੇ ਗਾਜ਼ੀ ਨੇ ਜਨਾਬ ਜਿਹੜੇ ਉੱਥੋਂ ਬਚ ਕੇ ਆ ਗਏ ਸਨ। ਤੇ ਬਹੁਤ ਸਾਰੀਆਂ ਗੱਲਾਂ ਤੁਹਾਨੂੰ ਸਾਨੂੰ ਦੱਸੀਆਂ, ਯਕੀਨ ਕਰੋ ਕਿ ਜੀ ਹਾਲੇ ਤੇ ਮੈਂ ਤੁਹਾਨੂੰ ਦੱਸਿਆ ਜੀ ਬੜੇ ਬੜੇ ਵਾਕਿਆ, ਲੇਕਿਨ ਇੱਕ ਕੁਦਰਤੀ ਗੱਲ ਐਸੀ ਹੈ ਬਰਖੁਦਾਰ ਇੰਨੀ ਉਮਰ ਹੋ ਗਈ ਹੈ, ਯਕੀਨ ਜਾਣਿਓ ਅੱਲਾ ਨੇ ਤਾਂ ਬਾਅਦ ਹਿਸਾਬ ਲੈਣਾ ਨਾ, ਤੇ ਉੱਥੇ ਭੁੱਲਣਾ ਨਹੀਂ ਚਾਹੀਦਾ। ਉਹਨੇ ਕਹਿੰਦੇ ਮੈਂ ਇੰਨੀ ਉਮਰ ਦਿੱਤੀ ਹੈ ਕਿ ਤੈਨੂੰ ਇੱਕ ਇੱਕ ਵਾਕਿਆ ਯਾਦ ਹੈ। ਆਈ ਐਮ ਨੀਅਰ ਅਬਾਊਟ 86 ਔਰ 87 ਤੇ ਉਹ ਮੇਰਾ ਮਤਲਬ ਹੈ ਕਹਿੰਦਾ ਕਿ ਹਾਲੇ ਇੱਕ ਇੱਕ ਚੀਜ਼ ਯਾਦ ਹੈ ਜੋ ਵੀ ਮੇਰੇ ਨਾਲ ਗੁਜ਼ਰੀ ਦੀ ਯਾਦ ਹੈ। ਮੈਂ ਤੁਹਾਨੂੰ ਪਹਿਲੇ ਕਈ ਚੀਜ਼ਾਂ ਪੁੱਛੀਦਾ ਨਹੀਂ ਹਾਲੀ ਤੇ ਤਾਂ ਦੱਸੇ ਉਹ ਫਿਰ ਬੜਾ ਟਾਈਮ ਲੱਗ ਜਦ ਕਿ ਯਾਦਾਸ਼ਤ ਮੈਂ ਸਿਰਫ ਯਾਦਾਸ਼ਤ ਦੇ ਬਣੇ ਮੇਰੀ ਅੱਲਾ ਦੀ ਖਾਸ ਮਿਹਰਬਾਨੀ ਹੈ ਕਿ ਉਹਨੇ ਕਿਆਮਤ ਵਾਲੇ ਦਿਨ ਮੈਨੂੰ ਭੁੱਲਣ ਦੇਵੇ ਤੇ ਅੱਲਾ ਉਹਦੀ ਮਿਹਰਬਾਨੀ ਹੈ। ਸਭ ਕੁਝ ਦੱਸਿਆ ਕਿ ਅੱਲਾ ਗੁਨਾਹ ਵੀ ਕਿੱਥੇ ਇਤਫਾਕ ਕਿੱਥੇ ਐਸਾ ਸਾਨੂੰ ਯਾਦ ਨਹੀਂ। ਅਸੀਂ ਇਹ ਨਹੀਂ ਕਹਿ ਕਰਕੇ ਕਿ ਗਲਤੀ ਲੱਗਦੀ ਅਸੀਂ ਭੁੱਲ ਗਏ ਇਹ ਕਿ ਸਵਾਲ ਹੀ ਤਾਂ ਉਹਦਾ ਜ਼ਮਾਨੇ ਵਕਤ ਨੂੰ ਖੋ ਹੋਏਗਾ ਸਾਹਮਣੇ ਅੱਜ ਕੱਲ੍ਹ ਸਭ ਕੁਝ ਦੱਸ ਦੇਗਾ। ਜਿਹੜਾ ਸਾਨੂੰ ਇੰਨੀ ਟੈਕਨੋਲੋਜੀ ਦਿੱਤੀ ਹੈ, ਤੁਹਾਡਾ ਸਾਰਾ ਰਿਕਾਰਡ ਆਉਂ ਹੱਥ ਮਾਰ ਦੋ ਸਾਰਾ ਸਾਹਮਣੇ ਆ ਜਾਂਦਾ। ਉਹਦੇ ਕੋਲ ਕੀ ਚੀਜ਼ਾਂ ਹੁੰਦੀਆਂ ਨੇ ਤੁਹਾਨੂੰ ਕੁਦਰਤ ਕੀ ਕੀ ਆ ਤੋਬਾ ਦਾ ਦਰਵਾਜ਼ਾ ਖੁੱਲੇ ਨੇ। ਅਸੀਂ ਤੇ ਗੁਨਾਹਗਾਰ ਹਾਂ ਬੇਸ਼ੱਕ ਇਨਸ਼ਾਅੱਲਾ ਅਸੀਂ ਤੇ ਹਰ ਵੇਲੇ ਤੋਬਾ ਦੇ ਤਲਬਗਾਰ ਹਾਂ। ਅੱਲਾਹ ਦੀ ਜ਼ਾਤ ਹੈ ਤੰਦਰੁਸਤੀ। ਬਹੁਤ ਸ਼ੁਕਰੀਆ ਹਾਜੀ ਸਾਹਿਬ, ਬਹੁਤ ਸ਼ੁਕਰੀਆ। ਹਾਲੇ ਮੈਂ ਉਹ ਮੇਰੀ ਕੋਈ ਆਦਤ ਹੈ ਕਾਲੀ ਗੱਲਾਂ ਕਰਨ ਦੀ, ਉਹ ਬਸ ਉਹ ਜਿਹੜੀ ਯਾਦਾਂ ਸਨ ਉਹ ਪੁਰਾਣੀ ਯਾਦਾਂ ਤੁਹਾਨੂੰ ਦੱਸ ਦਿੱਤੀਆਂ ਨੇ ਮਾਸ਼ਾਅੱਲਾ। ਤੇ ਇਨਸ਼ਾਅੱਲਾ ਸਾਨੂੰ ਮਜ਼ੀਦ ਲੋੜ ਪਏਗੀ ਨਾ ਗ੍ਰੀਨਵੁੱਡ ਸਵੀਟ ਦੇ ਬਾਰੇ, ਜਿਹੜੀਆਂ ਬਿਲਡਿੰਗਾਂ ਹਿੰਦੂਆਂ ਦੀਆਂ ਸਨ, ਇਹਨਾਂ ਦੇ ਬਾਰੇ ਤੁਸੀਂ ਕੀ ਵੇਖਦੇ ਰਹੇ ਹੋ? ਉਹਨਾਂ ਦਾ ਕੋਈ ਸਾਨੂੰ ਅਜੇ ਤੱਕ ਨਜ਼ਰ ਨਹੀਂ ਸਾਹਮਣੇ ਆਇਆ। ਮੈਂ ਤੁਹਾਨੂੰ ਦੱਸਿਆ ਬਸੰਤ ਦੀਵਾਲੀ ਹੁੰਦੀ ਸੀ ਤਾਂ ਕਾਲੇ ਲੈ ਕੇ ਨਾ ਉਹ ਤੋਂ ਕੋਲ ਲੰਮੇ ਕਾਲੇ ਲੈ ਕੇ ਇਹ ਹਿੰਦੂ ਅਕਸਰ ਹੁੰਦੇ ਹਨ
ਇਹ ਦੀਵਾਲੀ ਦੇ ਦੀਵੇ ਬਾਹਰ ਕਣਸਾਂ ਦੇ ਬਾਲਦੇ ਹੁੰਦੇ, ਮਕਾਨਾਂ ਦੀ ਸ਼ੇਡ ਵੱਡੇ ਹੁੰਦੇ ਹੁਣ ਬਾਲਦੇ, ਤੇ ਉਸ ਕਾਨੇ ਨਾਲ ਸਾਰੇ ਦੀਵੇ ਬੁਝਾਣੇ ਪੈਂਦੇ ਉਹਨਾਂ ਦੇ। ਤੇ ਇਹ ਸ਼ੋਗਲ ਉਦੋਂ ਹੁੰਦਾ ਸੀ। ਤੇ ਉਹ ਲੋਕ ਗੁੱਸਾ ਵੀ ਨਹੀਂ ਕਰਦੇ ਇਹਨਾਂ ਨੂੰ, ਕਿਉਂਕਿ ਉਹ ਗੁੱਸਾ ਨਹੀਂ ਸਨ ਕਰਦੇ। ਫਿਰ ਪਰਾਤਾਂ 'ਚ ਲੈ ਕੇ ਨਾ ਕੁੜੀਆਂ ਹਾਂਜੀ ਹਾਂਜੀ ਦੀਵਾ ਬਾਲ ਕੇ ਤੇ ਇੱਕ ਦੂਜਿਆਂ ਦੇ ਘਰਾਂ 'ਚ ਲੈ ਕੇ ਜਾਂਦੀਆਂ, ਤੇ ਬਾਅਦ ਵਿੱਚ ਲੰਘਦੇ ਦੀ ਪਰਾਤ ਦੇ ਹੱਥ ਮਾਰਦਾ ਸਾਰੇ ਦੀਵੇ ਛੇੜ, ਲੇਕਿਨ ਗੁੱਸਾ ਨਹੀਂ ਸੀ। ਗੁੱਸਾ ਨਹੀਂ ਕਰਦੇ ਨਾ ਬਿਲਕੁਲ। ਬੰਦੇ ਗੁੱਸਾ ਕਰਦੇ ਨੇ। ਅੱਲਾ ਜਦ ਕੋ ਕੁਦਰਤੀ ਦਬਾਅ ਸੀ ਮੁਸਲਮਾਨ ਦਾ ਅੱਲਾ ਦੀ ਤਰਫੋਂ, ਕਿ ਉਹ ਵਿਚਾਰੇ ਕਦੇ ਲੜਾਈ ਵਾਲੇ ਪਾਸੇ ਨਹੀਂ ਸੀ ਆਏ ਮੁਸਲਮਾਨ। ਇਹ ਆਪਣਾ ਭੈਣਾਂ ਭਰਾਵਾਂ ਨੂੰ ਬਸ ਐਸਾ ਹੈ। ਬਿਲਕੁਲ ਉਹ ਇਹ ਤੇ ਬਾਅਦ ਚੱਲਦਾ ਉਹਨੂੰ ਕਰਨੀ ਸੀ ਕਿ ਮੁਸਲਮਾਨ ਨੂੰ ਵਿਲਾਦਾ ਕਰਨਾ ਸੀ, ਤੇ ਪਾਕਿਸਤਾਨ ਹਿੰਦੁਸਤਾਨ ਬਣ ਗਿਆ। ਲੇਕਿਨ ਉਸ ਵੇਲੇ ਮੇਰਾ ਮਤਲਬ ਮਹਿਸੂਸ ਨਹੀਂ ਸਾ ਕਰਦੇ ਸੀ ਕਿ ਇਹ ਯਾਰ ਭੈਣ ਨੇ ਤੇ ਅਸੀਂ ਚੰਗੇ ਤੇ ਇਹ ਹੈ ਹੋਰ। ਲੇਕਿਨ ਇਸ ਕਿਸਮ ਦੇ ਬਿਹੇਵੀਅਰ ਸੀ ਨਾ ਆਪਸ ਦੇ ਵਿੱਚ ਕਾਰੋਬਾਰੀ ਲਿਹਾਜ਼ ਨਾਲ ਜਾਂ ਉਹ ਜਿਹੀ ਸਲੂਕ ਸਵਾਗਤ, ਤੇ ਇੰਨੀ ਮਿਠਾਸ ਸੀ ਉਹਨਾਂ ਦੇ ਵਿੱਚ ਵੀ, ਇੱਜ਼ਤ ਕਰਦੇ ਸੀ ਬੜੀ। ਬਿਲਕੁਲ ਬਿਲਕੁਲ ਇੰਨੀ ਗੱਲ ਬਿਲਕੁਲ। ਅੱਛਾ ਅੰਕਲ ਜੀ, ਤੁਹਾਡੀ ਇਹ ਆਵਾਜ਼ ਸਰਹੱਦ ਪਾਰ ਵੀ ਜਾਣੀ ਹੈ ਤੇ ਪੂਰੀ ਦੁਨੀਆ ਤੇ ਜਾਣੀ ਹੈ। ਜਿਹੜੇ ਤੁਹਾਡੇ ਮੁਹੱਲਾ ਸ਼ਾਹ ਸਈਦਾਂ ਦੇ ਸਨ ਪਾਰਟੀਸ਼ਨ ਜਿਹੜੇ ਗਏ ਨੇ, ਤੁਹਾਨੂੰ ਤੇ ਨਾਂ ਨਹੀਂ ਚੇਤੇ, ਲੇਕਿਨ ਉਹ ਲੋਕ ਰਿਸਰਚ ਮਾਰਦੇ ਨੇ ਨੈੱਟ ਉੱਤੇ ਕਿ ਕਾਸ਼ ਕੋਈ ਸਾਡੇ ਮੁਹੱਲੇ ਦਾ ਵੀ ਇੰਟਰਵਿਊ ਚੜਿਆ ਹੋਏ। ਉਹਨਾਂ ਨੂੰ ਕੀ ਪੈਗਾਮ ਦੇਣਾ ਚਾਹੋਗੇ ਜਿਹੜੇ ਤੁਹਾਡੇ ਮੁਹੱਲੇ ਦੇ ਇੱਥੋਂ ਗਏ ਨੇ ਮਾਈਗ੍ਰੇਟ ਕਰਕੇ, ਚਾਹੇ ਸਿੱਖ ਨੇ ਚਾਹੇ ਹਿੰਦੂ ਨੇ ਚਾਹੇ ਜੀ? ਉਹ ਇੱਕ ਤੇ ਚੂਨੀ ਲਾਲ ਜੀ ਜਿਹਦਾ ਬੜਾ ਮਸ਼ਹੂਰ ਕਾਰਖਾਨਾ ਸੀ, ਤੇ ਅਕਸਰ ਇਹ ਆਣ ਕੇ ਤੇ ਬਾਬਾ ਜੀ ਕੋਲ ਦੁਕਾਨ ਤੇ ਬੈਠਦੇ ਹੁੰਦੇ ਨੇ ਜਦੋਂ ਗੈਪ ਹੁੰਦੇ ਨੇ ਫੈਕਟਰੀ 'ਚੋਂ, ਤੇ ਕਹਿੰਦੇ ਜਾ ਵੇਖੋ ਹਾਜੀ ਉਹਨਾਂ ਕੋਲ ਬੈਠੇ ਹੋਣਗੇ ਜਾ ਕੇ, ਇੰਨਾ ਪਿਆਰ ਸੀ ਮੇਰੇ ਬਾਬਾ ਜੀ ਨਾਲ ਚੂਨੀ ਲਾਲ। ਤੇ ਜਦ ਕਿ ਉਹਨਾਂ ਨੇ ਤਾਂ ਦੱਸਿਆ ਜੀ ਇਹ 5-7 ਸਾਲ ਹੋ ਗਏ ਨੇ, ਖਤ ਲਿਖਿਆ ਉਹਦੇ ਪੋਤਰੇ ਨੇ ਖਤ ਲਿਖ ਕੇ ਭੇਜਿਆ। ਹਾਂਜੀ ਹਾਂਜੀ, ਇਹ ਗੱਲ ਸੁਣਾਓ ਖਤ ਵਾਲੀ ਜਰਾ। ਕਿ ਉਹ ਮੇਰਾ ਮਤਲਬ ਹੈ ਕਿ ਮੇਰੇ ਕੋਲ 7-8 ਸਾਲ ਹੋ ਗਏ ਨੇ। ਉਹ ਮੁਸਲਮਾਨ ਉਦੋਂ ਹੀ ਨਾਲ ਹੀ ਲੈ ਗਏ ਸਨ ਜਦੋਂ ਕਾਰ ਸ਼ਿਫਟ ਕੀਤਾ ਨੇ ਪ੍ਰੀ ਪਾਰਟੀਸ਼ਨ ਤੋਂ ਪਹਿਲਾਂ। ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਹਿੰਦੁਸਤਾਨ ਪਾਕਿਸਤਾਨ ਬਣ ਰਿਹਾ, ਔਰ ਸਾਰਾ ਕਾਰਖਾਨਾ ਚੁੱਕ ਕੇ ਜਲੰਧਰ ਲੈ ਗਏ ਆਪਣਾ ਕਾਰਖਾਨਾ। ਜਦ ਕਿ ਸਾਲ ਪਹਿਲਾਂ ਸ਼ਿਫਟ ਹੋ ਗਏ ਸਨ ਇੱਥੋਂ। ਉਹ ਨਾਲ ਇੱਕ ਮੁਸਲਮਾਨ ਗੁਜਰਾਤ ਦਾ ਸੀ ਕਿ ਜੇਲਮ ਸਾਹਿਬ ਕਾਰੀਗਰ ਸੀ, ਬੜਾ ਕਾਰੀਗਰ ਸੀ ਪਿਆਰਾ ਉਹਨਾਂ ਦਾ, ਉਹਨੂੰ ਵੀ ਨਾਲ ਲੈ ਗਏ ਸਨ ਉੱਥੋਂ। ਜੀ ਜੀ। ਉਹ 8 ਸਾਲ ਪਹਿਲਾਂ ਉੱਥੋਂ ਆਇਆ ਸਾਡੇ ਕੋਲ, ਤੇ ਉਹ ਪੁੱਛਦਾ ਮੁਬਾਰਕਪੁਰ ਆਇਆ, ਤੇ ਮੈਂ ਇੱਥੇ ਦੁਕਾਨ ਤੇ ਬੈਠਾ था। ਜੀ ਤੇ ਜੀ। ਇੱਥੇ ਆਣ ਕੇ ਉਹਨਾਂ ਨੇ ਮੈਨੂੰ ਕਹਿੰਦਾ ਜੀ ਇਹ ਤੁਹਾਡਾ ਨਾਂ ਹੈ, ਤੁਹਾਡੇ ਵਾਲਾ ਸਾਹਿਬ ਦਾ ਨਾਂ ਹੈ? ਅਸੀਂ ਮੈਂ ਕਿਹਾ ਜੀ ਨਹੀਂ। ਇੱਕ ਖਤ ਤੁਹਾਨੂੰ ਆਇਆ ਜਲੰਧਰ ਤੋਂ, ਚੂਨੀ ਲਾਲ ਦੇ ਘਰੋਂ ਖਤ ਹੈ, ਇਹ ਤੁਸੀਂ ਰਿਸੀਵ ਕਰੋ। ਅਗਰ ਤੁਹਾਡੇ ਬਜ਼ੁਰਗਾਂ 'ਚ ਕੋਈ ਜ਼ਿੰਦਾ ਹੈ ਉਹਨੂੰ ਦਿਖਾ ਕੇ ਇਹਦਾ ਜਵਾਬ ਲਿਖਾ ਕੇ ਰੱਖਣਾ, ਤਾਂ ਕਿ ਮੈਂ 10 ਦਿਨ ਦੀ ਛੁੱਟੀ ਆਇਆ, ਉਸ ਤੋਂ ਬਾਅਦ ਮੈਂ ਵਾਪਸ ਜਾਣਾ। ਮੈਂ ਖਤ ਤੁਹਾਡੇ ਬਾਅਦ ਜਵਾਬ ਵਾਪਸ ਲੈ ਕੇ ਜਾਣਾ। ਉਹ ਖਤ ਮੈਂ ਕੋਲ ਰੱਖ ਲਿਆ। ਅੰਦਰ ਗਿਆ, ਚਾਚਾ ਜੀ ਜ਼ਿੰਦਾ ਸਨ, ਵਾਲ ਸਾਹਿਬ ਫੌਤ ਹੋ ਗਏ ਸਨ। ਜੀ ਜੀ। ਉਸਨੇ ਚਾਚਾ ਜੀ ਨੇ ਖਤ ਪੜ੍ਹਨਾ ਸ਼ੁਰੂ ਕੀਤਾ, ਤੇ ਨਾਲ ਅਥਰੂ ਡਿੱਗਣੇ ਰੋਣਾ ਸ਼ੁਰੂ ਕਰ ਦਿੱਤਾ। ਜਦੋਂ ਕੋਈ ਇਸ ਮੁਹੱਬਤ ਪਿਆਰ ਦਾ ਉਹਨਾਂ ਖਤ ਲਿਖਿਆ ਸੀ ਕਿ ਮਹਿਸੂਸ ਨਹੀਂ ਸੀ ਹੁੰਦਾ ਕਿ ਹਿੰਦੂਆਂ ਨੇ ਲਿਖਿਆ ਦਾ ਕਿ ਮੁਸਲਮਾਨ ਨੇ ਲਿਖਿਆ, ਭੈਣ ਭਰਾ ਨੇ ਲਿਖਿਆ ਦੇ ਖਤ। ਜੀ। ਫਲਾਣੇ ਬੇਬੇ ਦਾ ਕੀ ਹਾਲ ਹੈ, ਦਾਦੀ ਸਾਡੀ ਦਾ ਕੀ ਹਾਲ ਹੈ, ਮਾਂ ਦਾ ਕੀ ਹਾਲ ਹੈ, ਭੈਣ ਹੋਰਾਂ ਦਾ ਕੀ ਹਾਲ ਹੈ, ਇੱਕ ਇੱਕ ਚੀਜ਼ ਦਾ ਪੁੱਛਣਾ ਉਹਨਾਂ ਨੂੰ। ਤੇ ਫਿਰ ਆਪਣੇ ਵਿੱਚ ਸਭ ਕੁਝ ਦੱਸਿਆ ਤੁਸੀਂ ਉਸ ਖਤ ਦੇ ਵਿੱਚ ਕਿ ਚੂਨੀ ਲਾਲ ਵੀ ਮਰ ਗਏ ਨੇ ਜੀ, ਫਲਾਣੇ ਵੀ ਮਰ ਗਏ ਨੇ, ਫਲਾਣੇ ਅਸੀਂ ਉਹਨਾਂ ਦੀ ਇਹ ਲੱਗਦੇ ਹਾਂ, ਤੇ ਇਹ ਨਾਮ ਹੈ ਸਾਡੇ। ਤੇ ਸਾਨੂੰ ਕਦੀ ਗੱਲਾਂ ਸੁਣਾਉਂਦੇ ਹੁੰਦੇ ਹਨ, ਤੇ ਸਾਨੂੰ ਯਾਦ ਤਾਜ਼ਾ ਰੱਖੀ ਸੀ ਜੀ ਬਣਾ ਕੇ ਤੁਹਾਨੂੰ ਖਤ ਲਿਆ, ਤੇ ਤੁਹਾਡੀ ਮਿਹਰਬਾਨੀ ਜੋ ਤੁਹਾਡੇ 'ਚ ਵੀ ਟੁਰ ਗਏ ਦੇ ਨੇ, ਸਾਰਾ ਹਾਲਾਤ ਘਰ ਦੇ ਦੇਖ ਕੇ ਨੇ, ਤੇ ਸਾਨੂੰ ਦੇਖੋ ਤੇ ਸਾਨੂੰ ਖੁਸ਼ੀ ਹੋਈ ਬੜੀ। ਤੇ ਸਾਡੇ ਲੈ ਕੋ ਖਿਦਮਤ ਹੋਏ ਤੇ ਅਸੀਂ ਆਪ ਬੜੀ ਖਿਦਮਤ ਉਹਨਾਂ ਪੇਸ਼ ਕੀਤੀ ਉਹ ਖਤ ਦੇ ਵਿੱਚ ਵੀ। ਅਗਰ ਕਿਸੇ ਚੀਜ਼ ਦੀ ਜ਼ਰੂਰਤ ਹੈ ਸਾਡੇ ਨੂੰ, ਅਸੀਂ ਹਾਜ਼ਰ ਹਾਂ। ਬੜਾ ਅੱਛਾ ਵਕਤ ਆ ਕੱਢਿਆ ਤੁਹਾਨੂੰ। ਫਰਕ ਰਹਿ ਗਿਆ ਕੁਛ ਚੀਜ਼ ਨਾ ਜੀ ਨਾ, ਫੈਮਿਲੀ ਮੈਂਬਰ ਦੀ ਤਰ੍ਹਾਂ ਤੁਹਾਨੂੰ 10 ਦਿਨ ਦੇ ਬਾਅਦ ਆਇਆ, ਤੇ ਮੈਂ ਖਾਤੇ ਰੈਡੀ ਕਰਾ ਕੇ ਚਾਚੇ ਕੋਲ ਰੱਖ ਲਿਆ ਸੀ। ਵਾਪਸ ਮੈਂ ਹਿੰਦੂ ਦੇ ਹਵਾਲੇ ਕੀਤਾ, ਉਹ ਬੰਦੇ ਦੇ ਹਵਾਲੇ ਕੀਤਾ। ਉਹ ਗਿਆ ਜਾ ਕੇ, ਉਹਨੇ ਖਾ ਜਾ ਕੇ ਦੇਤਾ, ਤੇ ਉਹਨਾਂ ਨੂੰ ਕੁਛ ਮਹਿਸੂਸ ਕੀਤਾ ਹੋਣਾ ਵਿਚਾਰੇ ਨੇ। ਜੀ ਜੀ। ਖੁਸ਼ੀ ਹੋਈ ਹੋਣੀ ਕਿ ਚਲੋ ਸਾਨੂੰ ਜਵਾਬ ਤੇ ਆ ਗਏ ਨੇ ਉਸ ਘਰ ਦੇ ਵਿੱਚ। ਸਾਨੂੰ ਬੜਾ ਫਿਕਰ ਸੀ, ਇਸੇ ਫੈਮਿਲੀ ਦਾ ਫਿਕਰ ਸੀ, ਜਿੱਦਾਂ ਬਹੁਤਾ ਪਿਆਰ ਸ਼ਹਿਜ਼ਾਦਾ ਮਹੱਲੇ ਦੇ ਵਿੱਚ। ਉਹ ਉਹਨਾਂ ਨੂੰ ਰਿਸੀਵ ਹੋ ਗਿਆ ਫਿਰ ਖਤ? ਰਸੀਬ ਖਤ ਮਿਲ ਗਿਆ ਜੀ, ਲੈ ਕੇ ਗਿਆ ਮੁਸਲਮਾਨ ਇੱਥੋਂ ਲੈ ਕੇ ਗਿਆ ਜਿੱਦਾਂ ਉਹਨੇ ਜਾ ਤੁਹਾਡਾ ਕੋਈ ਰਾਬਤਾ ਨਹੀਂ ਉਹਨਾਂ ਦੇ ਨਾਲ? ਉਸ ਤੋਂ ਬਾਅਦ ਕੋਈ ਰਾਬਤਾ ਨਹੀਂ ਹੋਇਆ। ਉਹ ਸਿਰਫ ਕਿਉਂਕਿ ਉਹ ਮੁਸਲਮਾਨ ਇੱਥੇ ਆ ਰਹੇ, ਛੁੱਟੀ ਆ ਰਹੇ ਸੀ, ਜੀ। ਉਹਨਾਂ ਦੀ ਕੋਈ ਲਗਨ ਹੈ ਸੀ, ਤਾਂ ਉਹਦਾ ਖਤ ਕਿਸੇ ਨੇ ਨਹੀਂ ਲਿਆ, ਸਾਨੂੰ ਲਿਆ ਉਹਨਾਂ ਸਿਰ। ਸਾਡਾ ਪਿਆਰ ਸੀ, ਤੂੰ ਸਾਨੂੰ ਲਿਆ ਨਾ। ਸਾਰੇ ਹਵਾਲ ਵੱਲ ਪੁੱਛ ਕੇ, ਸਾਡੇ ਜੀਆਂ ਨੂੰ ਪੁੱਛ ਕੇ, ਆਪਣਾ ਵੀ ਸਾਰੀ ਫੈਮਿਲੀ ਦਾ ਦੱਸਿਆ, ਫਲਾਣਾ ਮਰ ਗਿਆ, ਫਲਾਣਾ ਮਿਲਦਾ। ਤਾਂ ਚਲੋ ਸਾਨੂੰ ਕੋਈ ਤਸੱਲਾ ਹੋ ਗਈ, ਕੋਈ ਪਤਾ ਲੱਗ ਗਿਆ। ਤਾਂ ਸਾਡੇ ਜਿਹੜੇ ਬੈਕਗ੍ਰਾਉਂਡ ਗਈ ਹੈ, ਤਾਂ ਉਹਨਾਂ ਨੂੰ ਪਤਾ ਲੱਗ ਗਿਆ, ਤਾਂ ਵਿਚਾਰੇ ਖੁਸ਼ ਹੋਏ ਨੇ ਵਿਚਾਰੇ। ਦੇਖੋ ਇਹ ਇਨਸ਼ਾਅੱਲਾ ਤੁਹਾਡੀ ਆਵਾਜ਼ ਸੁਣ ਕੇ ਚੁੰਨੀ ਲਾਲ ਜਿਹੜੇ ਨਾ ਸੀ ਨਾ, ਉਹਦੇ ਪਿਛਲੇ ਜੀ ਜਿਹੜੇ ਸਨ ਖਾਨਦਾਨ, ਉਹ ਤੁਹਾਨੂੰ ਕਾਲ ਕਰਨਗੇ। ਚੂਨੀ ਲਾਲ ਅਸੀਂ ਤੁਹਾਡਾ ਰਾਬਤਾ ਨਾਲ ਉਹਨਾਂ ਕਰਾਵਾਂਗੇ। ਦਾ ਇੱਥੇ ਬਿਜਲੀ ਮਹੱਲੇ ਦਾ ਕਾਰਖਾਨਾ ਹੁੰਦਾ ਸੀ, ਸ਼ਹਿਜ਼ਾਦਾ ਮਹੱਲੇ। ਕਾਹਦਾ ਕਾਰਖਾਨਾ ਸੀ ਇਹਨਾਂ ਦਾ? ਇਹ ਪੁੱਤਰੀ ਕੋਈ ਸਾਈਕਲਾਂ ਦੇ ਪਾਰਟ, ਕੋਈ ਇਹਨਾਂ ਦੇ ਬੱਤੀਆਂ ਛੱਡੀਆਂ, ਵੱਡ ਵਗੈਰਾ ਘੋੜੇ ਕੋਈ ਇਹੋ ਜਿਹੀਆਂ ਚੀਜ਼ਾਂ ਬਣਾਉਂਦੇ ਹਨ।
ਉਹਦਾ ਮੈਨੂੰ ਪੱਕਾ ਪਤਾ ਨਹੀਂ ਸੀ ਗੈਸ ਬਣਾਉਂਦੇ ਹੁੰਦੇ ਸੀ ਕੀ ਬਣਾਉਂਦੇ ਬਹਰਹਾਲ ਚੂਨੀ ਲਾਲ ਬੜਾ ਮਸ਼ਹੂਰ ਸੀ। ਹਾਲੇ ਮੈਂ ਉੱਥੇ ਸਾਹਮਣੇ ਰੇਹੜੀ ਖਲੋਤੀ ਮੈਂ ਰਾਤੀ ਕੁਲਫੀਆਂ ਖਾਣਾ ਜਾ ਕੇ ਤੇ ਉਸ ਤਰ੍ਹਾਂ ਹੀ ਗੇਟ ਬੰਦ ਤੇ ਚੂਨੀ ਲਾਲ ਦਾ ਘਰ ਉਸੇ ਪਿਆ ਦਾ ਪਤਾ ਨਹੀਂ ਉਹ ਅਲਾਟਮੈਂਟ ਹੋ ਗਈ ਕਿਸੇ ਨਾਂ ਤੇ। ਇਹ ਕਿਹੜੀ ਜਗ੍ਹਾ ਤੇ ਕਿਸ ਪੁਆਇੰਟ ਦੇ ਉੱਤੇ ਸੀ ਇਹ? ਇਹ ਤੁਸੀਂ ਜਿਲੇ ਚਰਚ ਰੋਡ ਤੇ ਪਹੁੰਚੋਗੇ ਨਾ ਜੀ ਬਿਜਲੀ ਘਰ ਦਾ ਵੱਡਾ ਗੇਟ ਹੈ ਨਾ ਹਾਂਜੀ ਇਹ ਤੇ ਸਾਹਮਣੇ ਇੱਕ ਗਲੀ ਆਏਗੀ ਗਲੀ ਦੇ ਕੋਲੇ ਤੇ ਸੱਜੇ ਹੱਥ ਕੁਲਫੀਆ ਕੇ ਲਾਉਂਦਾ ਉਹਦੇ ਸੋਰੇ ਵੀ ਲਾਉਂਦਾ ਕਿ ਨਹੀਂ ਉਹਦੇ ਨਾਲ ਹੀ ਆਸ-ਪਾਸੇ ਵੱਡਾ ਗੇਟ ਲੱਗਾ ਦਾ ਕਾਲਾ ਜੀ, ਉਹ ਜੀ। ਕਾਰਖਾਨਾ ਚੂਨੀ ਲਾਲ ਦਾ ਘਰ ਹੁੰਦਾ ਸੀ। ਵੈਰੀ ਗੁੱਡ। ਇਨਸ਼ਾਅੱਲਾ ਤੁਹਾਡੀ ਆਵਾਜ਼ ਇਹਦੇ ਤੱਕ ਨਾਲ ਪਹੁੰਚ ਜਾਏਗੀ। ਬੜਾ ਹੀ ਪਿਆਰ ਸੀ ਉਹਨਾਂ ਦਾ ਬਾਈ ਦਾ ਸਾਰੇ ਫੈਮਿਲੀ ਦਾ ਤੇ ਉਹਨੇ ਇਸ ਵਾਸਤੇ ਸਾਨੂੰ ਇਹਨੂੰ ਗਾਈਡ ਕੀਤਾ ਕਿਸੇ ਹੋਰ ਨੂੰ ਨਹੀਂ ਵਿਚਾਰੇ ਨੇ ਕਿਤੇ ਕੁਝ ਚੁੱਕੇ ਬਾਜ਼ਾਰ ਹੈ ਕੁਝ ਜਵਾਬ ਦਿਆ ਹੋਣਾ ਉਹ ਵੀ ਮੁਤਮਿਨ ਹੋ ਗਏ ਹੁਣ ਵਿਚਾਰ ਸੀ। ਹਾਂ ਬਿਲਕੁਲ ਬਿਲਕੁਲ। ਅੱਛਾ ਅੰਕਲ ਜੀ ਤੁਹਾਡੇ ਜਿਹੜੇ ਮਹੱਲੇ ਦਾ ਸ਼ਾਹ ਸਈਦਾਂ ਦੇ ਸਿੱਖ ਸਰਦਾਰ ਯਹੂਦੀ ਚਲੇ ਗਏ ਨੇ ਉਹਨਾਂ ਨੂੰ ਕੀ ਪੈਗਾਮ ਦੇਣਾ ਚਾਹੋਗੇ ਤੁਸੀਂ? ਅਸੀਂ ਇਹ ਪੈਗਾਮ ਦੇਣਾ ਚਾਹੁੰਦੇ ਹਾਂ ਉਹ ਖੁਸ਼ ਖਰਬ ਰਹਿਣ ਜੀ ਤੇ ਨੇਕ ਦੁਆਵਾਂ ਨੇ ਸਾਡੀਆਂ ਉਹਦੇ ਮੁਤਲਕ ਤੇ ਬੜੀਆਂ ਮੁਹੱਬਤਾਂ ਨੇ ਪੁਰਾਣੀਆਂ ਤੇ ਹੁਣ ਜ਼ਿੰਦਾਬਾਦ। ਵੀ ਅਸੀਂ ਮਹਿਸੂਸ ਕਰਦੇ ਹਾਂ ਅਗਰ ਉਹ ਇੱਥੇ ਆਉਣ ਅਸੀਂ ਬੜਾ ਵੈਲਕਮ ਕਰਾਂਗੇ ਉਹਨਾਂ ਦਾ ਇਸਤਕਬਾਲ ਕਰਾਂਗੇ ਬੜੀ ਖੁਸ਼ੀ ਮਹਿਸੂਸ ਕਰਾਂਗੇ ਅਗਰ ਸਾਡੇ ਕੋਲ ਆਣ ਕੇ ਮਿਲ ਗਿਆ ਸਾਨੂੰ ਮੌਕਾ ਮਿਲਿਆ ਸੀ ਉੱਥੇ ਜਾਵਾਂਗੇ ਤੇ ਸਾਨੂੰ ਬੜੀ ਦਿਲੀ ਖੁਸ਼ੀ ਹੋਏਗੀ ਉਹਨਾਂ ਨੂੰ ਮਿਲ ਕੇ ਕਿਉਂਕਿ ਬੜੇ ਅੱਛੇ ਵਕਤ ਕੱਢੇ ਨੇ ਉਹਨਾਂ ਨਾਲ ਤੇ ਸਾਨੂੰ ਯਾਦਾਂ ਹਾਲੇ ਵੀ ਤੱਕ ਯਾਦ ਹੈ। ਮੈਂ ਇੰਨੀ ਉਮਰ ਦਾ ਹੋ ਗਿਆ ਮੈਂ ਹਾਲੇ ਵੀ ਤੱਕ ਉਹ ਚੀਜ਼ਾਂ ਨਹੀਂ ਭੁੱਲਿਆ ਉਹਨਾਂ ਦੀਆਂ ਵੀ ਨਾ ਇਕੱਠੇ ਖੇਡਣਾ ਇਕੱਠੇ ਬਹਿਣਾ ਕੋਈ ਸਾਡੀ ਚੱਪਲੇ ਸਰੀ ਲੜਾਈ ਝਗੜੇ ਨਹੀਂ ਸਨ ਸਾਡੇ ਹੁੰਦੇ ਤੇ ਬੜੇ ਮੁਹੱਬਤ ਪਿਆਰ ਨਾਲ ਵਕਤ ਕੱਢਿਆ ਦੇਖ ਲਓ ਆਪਣਾ ਦੇਸ਼ ਤੇ ਚਿੜੀਆਂ ਘਾਵਾਂ ਨਹੀਂ ਭੁੱਲਦਾ ਤੇ ਫਿਰ ਵੀ ਇਨਸਾਨ ਦੀ ਮੁਹੱਬਤ ਹੈ ਤੇ ਤੁਹਾਨੂੰ ਕਿਸ ਤਰ੍ਹਾਂ ਯਾਦ ਕਰਦੇ ਨੇ ਮਹੱਲਾ ਸ਼ਾਹ ਸਈਦਾਂ ਵਾਲਿਓ ਜਿਹੜੇ ਗਏ ਇੰਡੀਆ ਜਿੱਥੇ ਵੀ ਬੈਠੇ ਹੋ ਤੇ ਤੁਸੀਂ ਆਵਾਜ਼ ਸੁਣ ਕੇ ਹਾਜੀ ਸਾਹਿਬ ਦੀ ਹਾਜੀ ਅਸਲਮ ਭੱਟ ਸਾਹਿਬ ਹਾਂ। ਬਹੁਤ ਤੁਹਾਨੂੰ ਯਾਦ ਹਾਜੀ ਕਰਦੇ ਨੇ। ਨੈਤੁੱਲਾ ਦੇ ਬੇਟੇ ਹਾਜੀ ਇਨਾਇਤੁੱਲਾ ਸਾਹਿਬ ਦੇ ਬੇਟੇ ਬਸ ਇਹ ਤੁਹਾਨੂੰ ਬੜਾ ਯਾਦ ਕਰਦੇ ਨੇ ਤੇ ਇਨਸ਼ਾਅੱਲਾ ਸਾਡੀ ਆਵਾਜ਼ ਤੁਹਾਡੇ ਤੱਕ ਜਾਏਗੀ ਤੇ ਤੁਸੀਂ ਲਾਜ਼ਮੀ ਸਾਨੂੰ ਰਿਪਲਾਈ ਦੇਣਾ ਤੁਸੀਂ ਬਹੁਤ ਸ਼ੁਕਰੀਆ ਭੱਟ ਸਾਹਿਬ अस्सलाम वालेकुम। अगर आपने अभी तक हमारा चैनल सब्सक्राइब नहीं किया तो अभी सब्सक्राइब करें और बेल आइकॉन को क्लिक करके हमारी लेटेस्ट वीडियोस के बारे में अपडेट जानें।